ਸਤਿ ਸ਼੍ਰੀ ਅਕਾਲ ਜੀ। ਜਿੰਨੇ ਵੀ ਸੂਝਵਾਨ ਲੁਧਿਆਣੇ ਦੇ ਨਿਵਾਸੀ ਨੇ ਸਾਰਿਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਅੱਜ ਅਸੀਂ ਬੁੱਧਵਾਰ ਦਾ ਜਿਹੜਾ ਰੈਗੂਲਰ ਤੁਹਾਡੇ ਨਾਲ ਰਾਬਤਾ ਹੁੰਦਾ ਹੈਗਾ ਉਹ ਕਰਨ ਲਈ ਮੈਂ ਤੁਹਾਡੇ ਨਾਲ ਆਇਆ ਹੈਗਾ। ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਪਿਛਲੇ 1 ਮਹੀਨੇ ਦੇ ਦੌਰਾਨ ਲਗਾਤਾਰ ਜਿਹੜੀ ਕੋਵਿਡ ਦੀ ਬਿਮਾਰੀ ਹੈ ਜਿਹਨੂੰ ਕਰੋਨਾ ਵਾਇਰਸ ਦੇ ਕਰਕੇ ਹੁੰਦੀ ਹੈਗੀ ਹੈ, ਆਪਾਂ ਇਹ 'ਚ ਕਾਫੀ ਹੱਦ ਤੱਕ ਠੱਲ ਪਾਉਣ 'ਚ ਕਾਮਯਾਬ ਹੋਏ ਹਾਂ। ਨੋ ਡਾਊਟ ਤੁਸੀਂ ਹਰ ਰੋਜ਼ ਜਦੋਂ ਨੰਬਰਸ ਨੂੰ ਦੇਖਦੇ ਹੋ ਤੁਹਾਨੂੰ ਲੱਗਦਾ ਕਿ ਲਗਭਗ 300 ਦੇ ਕਰੀਬ ਲੋਕ ਪੋਜ਼ੀਟਿਵ ਆਉਂਦੇ ਹੈ ਔਰ ਕੁਝ ਲੋਕਾਂ ਦੀ ਜਿਹੜੀ ਹੈਗੀ ਹੈ ਮੌਤ ਵੀ ਹੋਈ ਹੈ। ਪਰ ਆਪਣੀ ਆਬਾਦੀ ਜਿਹੜੀ ਹੈਗੀ ਹੈ ਲਗਭਗ 50 ਲੱਖ ਦੇ ਕਰੀਬ ਨੂੰ ਦੇਖਦੇ ਹੋਏ ਇਹ ਜਿਹੜਾ ਲਗਾਤਾਰ ਇੱਕ ਨੰਬਰ 'ਤੇ ਆਪਾਂ ਖੜੋਤ ਜਿਹੜੀ ਆਈ ਹੈ ਕਿ ਵੀ ਪੋਜ਼ੀਟਿਵ ਕੇਸਿਸ ਜਿਹੜੇ ਹੈਗੇ ਨੇ ਉਹ ਲਗਭਗ 300 ਦੇ ਕਰੀਬ ਆ ਰਹੇ ਹੈ। ਔਰ ਉਸ ਹਾਲਾਤ 'ਚ ਜਦੋਂ ਕਿ ਅਸੀਂ ਟੈਸਟ ਵਧਾ ਕੇ ਐਵਰੇਜ 5000 ਤੋਂ ਉੱਤੇ ਰੋਜ਼ 5200 ਟੈਸਟ ਕਰ ਰਹੇ ਹਾਂ। ਸੋ ਦੈਟ ਮੀਨਸ ਸਾਡੀ ਜਿਹੜੀ ਪੋਜ਼ੀਟਿਵਿਟੀ ਦੀ ਪਰਸੈਂਟੇਜ ਹੈ ਉਹ ਵੀ ਘਟੀ ਹੈ ਔਰ ਉਸ 'ਚ ਇੱਕ ਖੜੋਤ ਵੀ ਆਈ ਹੈ। ਦੈਟ ਮੀਨਸ ਕਿ ਬਿਮਾਰੀ ਉਸ ਤੋਂ ਅੱਗੇ ਨਹੀਂ ਵੱਧ ਰਹੀ। ਇਹ ਸਾਰਾ ਕੁਝ ਤੁਹਾਡੇ ਸਹਿਯੋਗ ਤੋਂ ਬਗੈਰ ਸੰਭਵ ਨਹੀਂ ਸੀ ਹੋ ਸਕਦਾ। ਤੁਸੀਂ ਸਾਰਿਆਂ ਨੇ, ਮੈਂ ਦੇਖ ਰਿਹਾ ਬਹੁਤ ਸਾਰੇ ਲੋਕ, ਜਦੋਂ ਮੈਂ ਸੜਕ 'ਤੇ ਬਾਜ਼ਾਰਾਂ 'ਚ ਜਾਂਦਾ ਬਹੁਤ ਸਾਰੇ ਲੋਕਾਂ ਨੇ ਮਾਸਕ ਪਾਈ ਹੁੰਦੀ ਹੈ, ਬਹੁਤ ਸੰਖਿਅਕ ਲੋਕਾਂ ਨੇ ਪਾਈ ਹੁੰਦੀ ਹੈ, ਘੱਟ ਬੰਦੇ ਆ ਜਿਨ੍ਹਾਂ ਨੇ ਨਹੀਂ ਪਾਈ ਹੁੰਦੀ। ਇਹਦੇ ਲਈ ਤੁਹਾਡਾ ਧੰਨਵਾਦ। ਅੱਜ ਤੱਕ ਸਾਡੇ ਜ਼ਿਲ੍ਹੇ ਦੇ ਵਿੱਚ ਅਸੀਂ ਰਿਕਾਰਡ 2,07,382 ਟੈਸਟ ਕੀਤੇ ਨੇ, ਜਿਹਦੇ 'ਚੋਂ 14,908 ਬੰਦੇ ਪੋਜ਼ੀਟਿਵ ਆਏ ਨੇ, ਜਿਹੜੀ ਕਿ ਪਰਸੈਂਟੇਜ 7.18%, 7.18% ਬਣਦੀ ਹੈ, ਜੋ ਕਿ ਬਿਲਕੁਲ ਐਕਸਪੈਕਟਡ ਨੋਰਮਸ ਦੇ ਅਗੇਂਸਟ ਹੈ। ਬਟ ਜਿਹੜੀ ਮੌਤਾਂ ਨੇ ਉਹਨਾਂ ਦੀ ਜਿਹੜੀ ਰੇਸ਼ੋ ਹੈਗੀ ਹੈ ਉਹ ਲਗਭਗ 4% ਦੇ ਕਰੀਬ ਆ ਰਹੀ ਹੈ, ਜੋ ਕਿ ਥੋੜ੍ਹਾ ਜਿਹਾ ਨੈਸ਼ਨਲ ਐਵਰੇਜ ਨਾਲੋਂ ਵੱਧ ਹੈ। ਮੇਰੀ ਉਸ 'ਚ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਮੈਂ ਪਿਛਲੀ ਵਾਰ ਵੀ ਬੇਨਤੀ ਕੀਤੀ ਸੀ ਕਿ ਅਫਵਾਹਾਂ 'ਚ ਆ ਕੇ ਆਪਾਂ ਟੈਸਟ ਲੇਟ ਕਰਾ ਰਹੇ ਹਾਂ। ਅਫਵਾਹ ਕੀ ਹੈ ਕਿ ਜਦੋਂ ਕਰੋਨਾ ਦੀ ਕੋਈ ਵੈਕਸੀਨ ਹੀ ਨਹੀਂ ਬਣੀ ਹੈਗੀ ਤਾਂ ਫਿਰ ਇਹਦਾ ਟੈਸਟ ਕਰਾਉਣ ਦੀ ਕੀ ਲੋੜ ਹੈ। ਮੈਂ ਦੁਬਾਰਾ ਤੋਂ ਆਪਣੇ ਭੈਣ ਭਰਾ ਜਿੰਨੇ ਵੀ ਹੈਗੇ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਵੈਕਸੀਨ ਅਤੇ ਦਵਾਈ 'ਚ ਫ਼ਰਕ ਸਮਝੋ। ਵੈਕਸੀਨ ਹੁੰਦੀ ਹੈ ਕਿਸੇ ਬਿਮਾਰੀ ਨੂੰ ਹੋਣ ਤੋਂ ਪਹਿਲਾਂ ਰੋਕਣ ਲਈ ਚੀਜ਼। ਜੇ ਕਿਸੇ ਬਿਮਾਰੀ ਨੂੰ ਰੋਕਣ ਲਈ ਕੋਈ ਚੀਜ਼ ਨਾ ਬਣੇ ਮੰਨ ਲਓ, ਤਾਂ ਫਿਰ ਕੀ ਜੇ ਉਹ ਬਿਮਾਰੀ ਹੋ ਜੇ ਆਪਾਂ ਨੂੰ ਉਹਦਾ ਇਲਾਜ ਨਹੀਂ ਕਰਨਾ ਚਾਹੀਦਾ। ਮੰਨ ਲਓ ਕਿ ਇਹਦੀ ਵੈਕਸੀਨ ਨਹੀਂ ਵੀ ਹੈਗੀ ਤਾਂ ਵੀ ਜਦੋਂ ਬੰਦੇ ਨੂੰ ਤਾਪ ਚੜ੍ਹਦਾ ਹੈਗਾ ਉਹਨੂੰ ਬੁਖਾਰ ਨੂੰ ਲਾਉਣ ਦੀ ਵੀ ਦਵਾਈ ਹੈਗੀ ਹੈ। ਔਰ ਬੰਦੇ ਦੇ ਅਗਰ ਫੇਫੜਿਆਂ 'ਚ ਪਾਣੀ ਭਰਦਾ, ਉਹਨੂੰ ਸਾਹ ਚੜ੍ਹਦਾ, ਉਹਨੂੰ ਆਕਸੀਜਨ ਦੇਣ ਦਾ ਵੀ ਪ੍ਰਬੰਧ ਹੈਗਾ। ਔਰ ਉਹਦੇ ਫੇਫੜਿਆਂ ਜਿਹੜੀ ਸੋਜਿਸ਼ ਹੈਗੀ ਹੈ, ਸੋਜਿਸ਼ ਦੇ ਅਗੇਂਸਟ ਐਂਟੀਵਾਇਰਲ ਦਵਾਈਆਂ, ਪਲਾਜ਼ਮਾ ਥੈਰੇਪੀ, ਸਟੀਰੋਇਡ ਵਗੈਰਾ ਲਗਾਉਣ ਦੇ 36 ਤਰ੍ਹਾਂ ਦੇ ਇੰਤਜ਼ਾਮ ਹੈਗੇ ਆ। ਹੋ ਕੀ ਰਿਹਾ ਜਦੋਂ ਤੁਸੀਂ ਟੈਸਟ ਟਾਈਮ ਸਿਰ ਨਹੀਂ ਕਰਾਉਂਦੇ, ਬੁਖਾਰ ਹੋ ਜਾਂਦਾ, ਘਰੇ ਬੈਠੇ ਰਹਿੰਦੇ ਹੋ। ਈਵਨ ਤੁਸੀਂ ਟੈਸਟ ਕਰਾਓ ਤਾਂ ਵੀ ਤੁਸੀਂ ਘਰੇ ਬੈਠ ਸਕਦੇ ਹੋ, ਪਰ ਦੋਨਾਂ ਦੇ ਵਿੱਚ ਇੱਕ ਫ਼ਰਕ ਹੈ। ਅਗਰ ਕੋਈ ਬੰਦਾ ਟੈਸਟ ਕਰਾ ਕੇ ਘਰੇ ਬੈਠਿਆ, ਆਪਣਾ ਨਾਪ ਤੋਲ ਦੇਖ ਰਿਹਾ, ਰੋਜ਼ ਆਪਣੀ ਆਕਸੀਜਨ ਦੇਖ ਰਿਹਾ, ਜਦੋਂ ਉਹਨੂੰ ਪ੍ਰੋਬਲਮ ਆਊਗੀ ਆਕਸੀਜਨ ਵਾਲੇ ਹਸਪੀਟਲ 'ਚ ਆਊਗਾ, ਨਾਲ ਦੀ ਨਾਲ ਉਹਦਾ ਇਲਾਜ ਸ਼ੁਰੂ ਹੋ ਜਾਊਗਾ। ਪਰ ਜਿਹੜੇ ਬੰਦੇ ਨੇ ਟੈਸਟ ਹੀ ਨਹੀਂ ਕਰਾਇਆ, ਜਦੋਂ ਹਸਪਤਾਲ ਆਊਗਾ ਉਹਦਾ ਟੈਸਟ ਕਰਨਗੇ, 5-6 ਘੰਟੇ ਤਾਂ ਇਸ ਚੀਜ਼ 'ਚ ਵੇਸਟ ਹੋ ਜਾਣਗੇ। ਜਿਹੜੀਆਂ ਹੁਣ ਮੈਜੋਰਿਟੀ ਡੈਥਸ ਹੋ ਰਹੀਆਂ ਨੇ ਉਹ ਕਿੱਥੇ ਹੋ ਰਹੀਆਂ ਨੇ? ਜਿਹੜੇ ਪੇਸ਼ੈਂਟ ਬਹੁਤ ਲੇਟ ਆ ਰਹੇ ਨੇ, ਜਦੋਂ ਉਹਨਾਂ ਦੀ ਆਕਸੀਜਨ 70-80 ਤੋਂ ਵੀ ਘੱਟ ਰਹੀ ਹੈ, ਉਦੋਂ ਆ ਰਹੇ ਨੇ। ਜਦੋਂ ਤੁਹਾਡੀ 92-93 ਤੋਂ ਘੱਟ ਗਈ, ਨਾਲ ਦੀ ਨਾਲ ਤੁਹਾਨੂੰ ਹਸਪਤਾਲ ਭੱਜਣਾ ਚਾਹੀਦਾ। ਜਦੋਂ ਹੀ ਤੁਹਾਨੂੰ ਕੋਈ ਖੰਘ, ਗਲਾ ਜ਼ੁਕਾਮ ਹੋਇਆ, ਨਾਲ ਦੀ ਨਾਲ ਆਪਦਾ ਟੈਸਟ ਕਰਾਓ। ਇਹ ਮੇਰੀ ਤੁਹਾਨੂੰ ਬੇਨਤੀ ਹੈ। ਅਫਵਾਹਾਂ ਬਾਰੇ ਮੈਂ ਤੁਹਾਨੂੰ ਬੇਨਤੀ ਕੀਤੀ ਸੀ, CM ਸਾਹਿਬ ਨੇ ਵੀ, ਮਾਨਯੋਗ CM ਸਾਹਿਬ ਨੇ ਤੁਹਾਨੂੰ ਬੇਨਤੀ ਕੀਤੀ ਸੀ। ਮੈਂ ਇਸ ਗੱਲ ਲਈ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਰਿਆਂ ਨੇ ਉਸ ਗੱਲ 'ਤੇ ਕੰਨ ਧਰਿਆ। ਹੁਣ ਪਿੰਡਾਂ ਦੇ ਵਿੱਚ ਟੀਮਾਂ ਦਾ ਕੋਈ ਵਿਰੋਧ ਨਹੀਂ ਹੋ ਰਿਹਾ, ਸਾਰੇ ਪਾਸੇ ਟੈਸਟ ਜਿਹੜੇ ਹੈਗੇ ਆ ਸਮੂਥਲੀ ਹੋ ਰਹੇ ਆ। ਔਰ ਇਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਕਿ ਆਪਾਂ ਚਾਨਣ ਵਾਲੇ ਪਾਸੇ ਦੀ ਗੱਲ ਕੀਤੀ ਹੈ, ਹਨੇਰੇ ਵਾਲੇ ਪਾਸੇ ਦੀ ਗੱਲ ਨਹੀਂ ਕੀਤੀ। ਅਗਿਆਨਤਾ ਵਾਲੇ ਪਾਸੇ ਆਪਾਂ ਨਹੀਂ ਗਏ। ਲੋਕ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਸਮਝੇ ਆ। ਅੱਜ ਇੱਕ ਹੋਰ ਬੜਾ ਮੈਂ ਮਹੱਤਵਪੂਰਨ ਵਿਸ਼ਾ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ, ਕਿਉਂਕਿ ਪੰਜਾਬ ਜਿਹੜਾ ਹੈਗਾ ਇੱਕ ਕ੍ਰਿਸ਼ੀ ਪ੍ਰਧਾਨ ਸੂਬਾ ਹੈਗਾ। ਹੁਣ ਆਪਣੀ 6 ਮਹੀਨਿਆਂ ਦੀ ਜਿਹੜੀ ਮਿਹਨਤ ਹੈਗੀ ਹੈ ਉਹਨੂੰ ਆਪਾਂ ਕੱਟਣਾ ਹੈਗਾ। ਜਿਹੜੀ ਆਪਾਂ ਝੋਨੇ ਦੀ ਫਸਲ ਹੈਗੀ ਹੈ, ਜੀਰੀ ਦੀ ਫਸਲ ਹੈ, ਉਹ ਆਲਮੋਸਟ ਪੱਕ ਗਈ ਹੈਗੀ ਹੈ। ਔਰ ਹੋਰ 15-20 ਦਿਨਾਂ ਬਾਅਦ 1 ਅਕਤੂਬਰ ਤੋਂ ਸਾਡੀਆਂ ਮੰਡੀਆਂ ਵੀ ਚਾਲੂ ਹੋ ਜਾਣਗੀਆਂ ਔਰ ਕਿਸਾਨ ਵੀਰ ਆਪਦੀ ਜਿਹੜੀ ਪੁੱਤਾਂ ਵਾਂਗੂ ਉਹਨਾਂ ਦੀ ਪਾਲੀ ਫਸਲ ਹੈ ਉਹ ਲੈ ਕੇ ਆਉਣਗੇ। ਪਰ ਇੱਕ ਕੁਰੀਤੀ ਜਿਹੜੀ ਪਿਛਲੇ ਕਈ ਸਾਲਾਂ ਤੋਂ ਆਪਾਂ ਦੇਖ ਰਹੇ ਹਾਂ, ਕਿਸਾਨਾਂ ਦੇ ਆਪਦੇ ਕਾਰਨ ਨੇ, ਉਹ ਉਹਨਾਂ ਕਾਰਨਾਂ ਕਰਕੇ ਜਿਹੜਾ ਹੈਗਾ ਝੋਨੇ ਦੀ ਜਿਹੜੀ ਪਰਾਲੀ ਹੈਗੀ ਹੈ ਉਹਨੂੰ ਸਾੜਦੇ ਨੇ। ਉਹਦੇ ਕਰਕੇ ਜਿਹੜਾ ਆਕਸੀਜਨ ਦਾ ਮਾਦਾ ਹੈਗਾ ਉਹ ਘਟਦਾ ਹੈਗਾ ਆਪਣਾ।
और दूजे पासे ये है कि ਜਿਹੜੇ ਧੂੜ ਵਾਲੇ ਕਣ ਨੇ ਜਿਹਨੂੰ ਸਸਪੈਂਡਡ ਪਾਰਟੀਕੂਲੇਟ ਮੈਟਰ ਆਪਾਂ ਕਹਿੰਦੇ ਆ ਉਹ ਵੀ ਆਪਣਾ ਹਵਾ 'ਚ ਵੱਧਦਾ ਔਰ ਇਹਦੇ ਕਰਕੇ ਜਿਹੜਾ ਹੈਗਾ ਬਹੁਤ ਸਾਰੇ ਲੋਕਾਂ ਨੂੰ ਸਾਹ ਵਾਲੀਆਂ ਬਿਮਾਰੀਆਂ ਹੁੰਦੀਆਂ ਨੇ। ਹੁਣ ਇਸ ਗੰਦੇ ਮਾਹੌਲ ਦੇ ਵਿੱਚ ਜਿੱਥੇ ਕਿ ਪਹਿਲਾਂ ਹੀ ਸਾਡੇ ਕਈ ਵੀਰ ਭੈਣਾਂ ਸਾਹ ਲੈਣ ਲਈ ਤੜਫ ਰਹੇ ਹੈ, ਹਸਪਤਾਲਾਂ 'ਚ ਬਿਮਾਰ ਪਏ ਹੈ, ਜੇ ਆਪਾਂ ਇੱਦਾਂ ਦਾ ਕੁਝ ਕਰਾਂਗੇ ਤਾਂ ਸਾਡੇ ਬਿਮਾਰ ਮਰੀਜ਼ਾਂ ਦੀ ਸੰਖਿਆ ਬਹੁਤ ਵੱਧ ਜਾਏਗੀ ਔਰ ਪਹਿਲਾਂ ਹੀ ਆਪਾਂ ਨੂੰ ਜਿਹੜਾ ਹੈਗਾ ਕਿੰਨੀਆਂ ਮੌਤਾਂ ਦਾ ਨਮੋਸ਼ੀ ਨਾਲ ਸਾਹਮਣਾ ਕਰਨਾ ਪੈ ਰਿਹਾ ਔਰ ਇਹੋ ਜਿਹੇ ਲੋਕਾਂ ਦੇ ਫੇਫੜਿਆਂ 'ਚ ਜਿਨ੍ਹਾਂ ਨੂੰ ਕਿ ਮਾੜੇ ਮੋਟੇ ਵੀ ਲੱਛਣ ਨੇ ਅੱਜ ਜਿਹੜੇ ਕਿ ਵੈਸੇ ਹੀ ਠੀਕ ਹੋ ਰਹੇ ਨੇ ਘਰੇ ਬੈਠ ਕੇ, ਜੇ ਆਪਾਂ ਧੂੜ ਗੁਬਾਰ ਆਪਣੇ ਮਾਹੌਲ 'ਚ ਹੋਰ ਕਈ ਜਿਹੜੀਆਂ ਜਾਨਾਂ ਹੈਗੀਆਂ ਉਹ ਜਾ ਸਕਦੀਆਂ ਨੇ। ਸੋ ਮੇਰੀ ਕਿਸਾਨ ਵੀਰਾਂ ਨੂੰ ਬਹੁਤ ਰਿਕੁਐਸਟ ਵੀ ਹੈ ਔਰ ਉਹਨਾਂ ਨੂੰ ਮੇਰੇ ਵੱਲੋਂ ਇੱਕ ਸੀਖ ਵੀ ਹੈ ਔਰ ਮੈਂ ਆਪਦੇ ਵੱਲੋਂ ਇੱਕ ਸਰਕਾਰ ਦਾ ਮੈਸੇਜ ਵੀ ਤੁਹਾਨੂੰ ਦੇਣਾ ਚਾਹੁੰਦਾ ਕਿ ਸਰਕਾਰ ਨੇ ਬੜੇ ਉਪਰਾਲੇ ਕੀਤੇ ਨੇ ਪਿਛਲੇ ਸਾਲਾਂ ਤੋਂ। ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਨੇ, ਪੰਚਾਇਤਾਂ ਨੇ, ਕਿਸਾਨਾਂ ਦੇ ਗਰੁੱਪ ਨੇ, ਉਹਨਾਂ ਸਾਰਿਆਂ ਨੂੰ ਸਬਸਿਡੀ 'ਤੇ ਮਸ਼ੀਨਾਂ ਦਿੱਤੀਆਂ ਗਈਆਂ ਨੇ ਔਰ ਸਬਸਿਡੀ ਤਾਂ ਚਲੋ ਹੁਣ 3 ਸਾਲਾਂ ਦੀ ਗੱਲ ਹੋਈ ਹੈ, ਇਸ ਸਾਲ ਦਾ ਵੀ ਅਸੀਂ ਡਰਾ ਕੱਢ ਚੁੱਕੇ ਹਾਂ। ਪੰਜਾਬ ਦਾ ਜਿਹੜਾ ਕਿਸਾਨ ਹੈ ਬੜਾ ਹਿੰਮਤੀ ਹੈ, ਉਹਨੇ ਆਪਦੀ ਮਿਹਨਤ ਦੇ ਨਾਲ ਬਲਦਾਂ ਤੋਂ ਟਰੈਕਟਰ ਤੱਕ ਆਇਆ ਹੈਗਾ, ਆਪਦੀ ਮਿਹਨਤ ਦੇ ਨਾਲ ਉਹਨੇ ਆਪਦੇ ਸੰਦ ਸਲੀਤੇ ਖਰੀਦ ਕੇ ਜਿਹੜੀ ਗ੍ਰੀਨ ਕ੍ਰਾਂਤੀ ਹੈਗੀ ਹੈ ਉਹਨੇ ਜਿਹੜਾ ਹੈਗਾ ਸਾਕਾਰ ਕੀਤਾ ਹੈਗਾ। ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਕਈ ਐਸੇ ਪਿੰਡ ਮੇਰੇ ਧਿਆਨ 'ਚ ਨੇ ਜਦੋਂ ਜਾਈਦਾ ਤਾਂ ਪਤਾ ਲੱਗਦਾ ਹੈ ਕਿ ਵੀ ਸਬਸਿਡੀ ਵੀ ਲੈ ਲਈ, ਮਸ਼ੀਨ ਵੀ ਲੈ ਲਈ, ਆਪਦੇ ਪੈਸਿਆਂ ਨਾਲ ਖਰੀਦ ਲਈ, ਸਿਰਫ ਇੱਕ ਭੇਡ ਚਾਲ ਦੇ ਵਿੱਚ ਵੀ ਹੋਰ ਨਹੀਂ ਵਰਤ ਰਹੇ ਤਾਂ ਵੀ ਆਪਾਂ ਪੈਟਰੋਲ ਡੀਜ਼ਲ ਵੱਧ ਕਿਉਂ ਲਾਈਏ। ਇਸ ਕਰਕੇ ਜਿਹੜਾ ਹੈਗਾ ਕਈ ਵਾਰ ਆਪਾਂ ਮਸ਼ੀਨਰੀ ਨੂੰ ਨਹੀਂ ਵਰਤਦੇ। ਪਰ ਇਸ ਵਾਰ ਵਿਸ਼ੇਸ਼ ਹਾਲਾਤ ਨੇ। ਜਿਹੜੇ ਕੰਬਾਈਨ ਵਾਲੇ ਮੇਰੇ ਵੀਰ ਨੇ ਉਹਨਾਂ ਨੂੰ ਵੀ ਮੇਰੀ ਰਿਕੁਐਸਟ ਹੈ ਕਿ ਜਿਹੜੀ ਸੁਪਰ SMS ਉਹਨਾਂ ਦੀਆਂ ਮਸ਼ੀਨਾਂ ਹੈਗੀਆਂ ਨੇ ਜਿਹਦੇ ਵਿੱਚ ਕਿ ਪਿੱਛੇ ਕਟਰ ਲੱਗੇ ਹੋਏ ਨੇ ਔਰ ਪਰਾਲੀ ਨੂੰ ਕੱਟ ਕਰਕੇ ਜਿਹੜਾ ਹੈਗਾ ਖੇਤ ਦੇ ਵਿੱਚ ਮਿਲਾਉਣ ਦਾ ਜਿਹੜਾ ਸਾਧਨ ਹੈ ਉਹਨੂੰ ਐਕਟੀਵੇਟ ਕਰਨ। ਮਾੜਾ ਮੋਟਾ ਡੀਜ਼ਲ ਵੱਧ ਲੱਗਦਾ ਉਹਦੀ ਫਿਕਰ ਨਾ ਕਰਨ, ਜਿਹੜੀ ਜਾਨ ਹੈ ਲੋਕਾਂ ਦੀ ਉਹ ਬਹੁਤ ਜ਼ਰੂਰੀ ਹੈ। ਜਿਹੜੇ ਮੇਰੇ ਕਿਸਾਨ ਵੀਰ ਨੇ, ਜਿਹੜੇ ਸਾਡੇ ਕੰਬਾਈਨਾਂ ਵਾਲੇ ਨੇ, ਜਿਹੜੇ ਸਾਡੇ ਵਾਢੀ ਕਰਨ ਵਾਲੇ ਨੇ, ਇਹਨਾਂ ਦੇ ਵੀ ਜਿਹੜੇ ਨੀਅਰ ਐਂਡ ਡੀਅਰ ਵਨਸ ਨੇ, ਇਹਨਾਂ ਦੇ ਰਿਸ਼ਤੇਦਾਰ ਨੇ, ਭੈਣ ਭਰਾ ਨੇ, ਉਹ ਸਾਰੇ ਇਸੇ ਹਵਾ 'ਚੋਂ ਸਾਹ ਲੈਂਦੇ ਹੈ। ਜੇ ਆਪਾਂ ਇਸ ਹਵਾ ਨੂੰ ਗੰਦਾ ਕਰ ਦਾਂਗੇ ਇਸ ਵਾਰੀ ਇਹ ਜਿਹੜਾ ਕੋਵਿਡ ਹੈ ਇਹਦਾ ਜਿਹੜਾ ਪ੍ਰਕੋਪ ਹੈਗਾ ਉਹ ਹੋਰ ਵੱਧ ਜਾਣਾ। ਅਸੀਂ ਸਾਰੀਆਂ ਪੰਚਾਇਤਾਂ ਨੂੰ ਵੀ ਇਹ ਰਿਕੁਐਸਟ ਕਰ ਰਹੇ ਹਾਂ ਕਿ ਉਹ ਮਤੇ ਪਾਉਣ ਕਿ ਇਸ ਕੋਡ ਨੂੰ ਇਸ ਵਾਰ ਦੂਰ ਕਰਨਗੇ। ਵੈਸੇ ਹੀ ਦੂਰ ਕਰਨਾ ਚਾਹੀਦਾ ਹੈ ਪਰ ਇਸ ਵਾਰ ਕੋਵਿਡ ਦੇ ਸਪੈਸ਼ਲ ਹਾਲਾਤਾਂ ਨੂੰ ਦੇਖ ਕੇ ਸਾਰੀਆਂ ਪੰਚਾਇਤਾਂ ਨੂੰ ਇਹ ਕਿਹਾ ਗਿਆ ਕਿ ਉਹ ਮਤੇ ਪਾਉਣ ਕਿ ਉਹ ਕਿਸੇ ਵੀ ਕਿਸਾਨ ਨੂੰ ਜਿਹੜੀ ਹੈਗੀ ਹੈ ਪਰਾਲੀ ਨਹੀਂ ਸਾੜਨ ਦੇਣਗੇ। ਸਾਰੀਆਂ ਕੋਆਪਰੇਟਿਵ ਸੁਸਾਇਟੀਜ਼ ਨੂੰ ਇਹ ਗੱਲ ਕਹੀ ਗਈ ਹੈ ਕਿ ਉਹ ਇਸ ਸੰਬੰਧੀ ਮਤੇ ਪਾਉਣ। ਸਾਰੇ ਮੇਰੇ ਸੂਝਵਾਨ ਵੀਰ ਜਿੰਨੇ ਵੀ ਪਿੰਡਾਂ 'ਚ ਬੈਠੇ ਹੈ, ਚਾਹੇ ਸਾਡੇ ਉਹ ਨੰਬਰਦਾਰ ਹੋਣ, ਚਾਹੇ ਪੰਚ ਹੋਣ, ਚਾਹੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹੋਣ, ਚਾਹੇ ਬਲਾਕ ਸੰਮਤੀ ਦੇ ਮੈਂਬਰ ਹੋਣ, ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਤੁਸੀਂ ਘਰ ਘਰ ਤੱਕ ਇਹ ਸੁਨੇਹਾ ਪਹੁੰਚਾਓ ਕਿ ਇਸ ਵਾਰ ਆਪਾਂ ਪਰਾਲੀ ਜਿਹੜੀ ਹੈਗੀ ਹੈ ਲੁਧਿਆਣੇ ਜ਼ਿਲ੍ਹੇ 'ਚ ਉਹਨੂੰ ਬਿਲਕੁਲ ਆਪਾਂ ਅੱਗ ਨਹੀਂ ਲਾਉਣੀ ਔਰ ਇਸ ਗੰਦੇ ਮਾਹੌਲ ਦੇ ਵਿੱਚ ਲੋਕਾਂ ਦੇ ਲਈ ਜਿੱਥੇ ਜੀਵਨ ਪਹਿਲਾਂ ਹੀ ਔਖਾ ਹੋਇਆ ਖੜਿਆ ਬਿਮਾਰੀ ਕਰਕੇ, ਲੋਕਾਂ ਦਾ ਜੀਵਨ ਹੋਰ ਆਪਾਂ ਔਖਾ ਨਹੀਂ ਕਰਨਾ। ਔਰ ਪੰਜਾਬ ਦੇ ਜਿਹੜੇ ਕਿਸਾਨ ਨੇ, ਜਿਹੜੇ ਆਮ ਲੋਕ ਨੇ, ਬੜੇ ਸੂਝਵਾਨ ਨੇ। ਉਹ ਪਹਿਲਾਂ ਵੀ ਅਸੀਂ ਅਫਵਾਹਾਂ ਦੇ ਵਿਰੁੱਧ ਉਹਨਾਂ ਨੂੰ ਆਗਾਹ ਕੀਤਾ, ਉਹਨਾਂ ਨੇ ਸਾਡੀ ਗੱਲ ਸੁਣੀ, ਸਾਡਾ ਸਹਿਯੋਗ ਕੀਤਾ। ਹੁਣ ਵੀ ਮੈਨੂੰ ਯਕੀਨ ਹੈ ਕਿ ਅੱਜ 16 ਸਤੰਬਰ ਹੋਈ ਹੈ, ਮੈਂ 15 ਦਿਨ ਪਹਿਲਾਂ ਹੀ ਤੁਹਾਨੂੰ ਚੇਤਾਤਾ ਹੈਗਾ, ਤੁਸੀਂ ਪਿੰਡ ਪਿੰਡ 'ਚ ਸਾਡੇ ਮੈਸੇਂਜਰ ਬਣ ਕੇ ਇਸ ਆਵਾਜ਼ ਨੂੰ ਪਹੁੰਚਾਓਗੇ। ਔਰ ਮੇਰੀ ਸਾਰੇ ਵੀਰਾਂ ਨੂੰ ਦੁਬਾਰਾ ਤੋਂ ਇਹ ਬੇਨਤੀ ਹੈ ਕਿ ਸਰਕਾਰ ਹਮੇਸ਼ਾ ਤਤਪਰ ਹੈਗੀ ਹੈ। ਉਹ ਦਵਾਈਆਂ ਦੀ ਸਪਲਾਈ ਦੀ ਗੱਲ ਹੋਵੇ, ਬੈੱਡਾਂ ਦੀ ਸੰਖਿਆ ਵਧਾਉਣ ਦੀ ਗੱਲ ਹੋਵੇ, ਆਕਸੀਜਨ ਦੀ ਸਪਲਾਈ ਦੀ ਗੱਲ ਹੋਵੇ, ਡਾਕਟਰ ਭਰਤੀ ਕਰਨ ਦੀ ਗੱਲ ਹੋਵੇ, ਜਿਹੜੇ ਅਸੀਂ ਸਕੂਲਾਂ ਦੇ ਵਿੱਚ ਹਸਪਤਾਲ ਬਣਾ ਕੇ ਤੁਹਾਡੇ ਲਈ ਕੋਵਿਡ ਕੇਅਰ ਸੈਂਟਰ ਬਣਾਏ ਆ ਉਹਨਾਂ ਦੀ ਗੱਲ ਹੋਵੇ, ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਦਾ ਸਹਿਯੋਗ ਲੈਣ ਦੀ ਗੱਲ ਹੋਵੇ, ਹਰ ਜਗ੍ਹਾ ਅਸੀਂ ਕੋਸ਼ਿਸ਼ ਕੀਤੀ ਹੈਗੀ ਹੈ। ਔਰ ਇਹ ਜਿਹੜੇ ਬੈੱਡ ਅਤੇ ਹਸਪਤਾਲ ਨੇ ਤੁਹਾਡੇ ਲਈ ਇਸ ਕਰਕੇ ਕੀਤੇ ਨੇ ਤਿਆਰ ਤਾਂ ਕਿ ਜਦੋਂ ਤੁਹਾਨੂੰ ਸਮੱਸਿਆ ਆਉਂਦੀ ਹੈ ਤਾਂ ਸਮੇਂ ਸਿਰ ਆਓ। ਇੱਕ ਹੋਰ ਗੱਲ ਇਹ ਚੱਲ ਰਹੀ ਹੈ ਕਿ ਵੀ ਪ੍ਰਾਈਵੇਟ ਹਸਪਤਾਲਾਂ ਨੇ ਬੜਾ ਵੱਡਾ ਸਹਿਯੋਗ ਸਾਡੇ ਨਾਲ ਕੀਤਾ ਹੈਗਾ। ਜੇ ਉਹ ਬੈੱਡ ਨਾ ਦਿੰਦੇ ਤਾਂ ਅਸੀਂ ਬਹੁਤ ਸਾਰੇ ਜਿਹੜੇ ਜੀਵਨ ਹੈਗੇ ਹੋ ਸਕਦਾ ਉਹਨਾਂ ਨੂੰ ਨਾ ਬਚਾ ਸਕਦੇ। ਜਿਹੜੇ L3 ਬੈੱਡ ਹੈ, ਜਿਨ੍ਹਾਂ ਨੂੰ ICU ਬੈੱਡ ਆਪਾਂ ਕਹਿੰਦੇ ਆ, ਉਹ ਬਹੁਤੇ ਸਾਨੂੰ ਪ੍ਰਾਈਵੇਟ ਹਸਪਤਾਲਾਂ ਤੋਂ ਮਿਲੇ ਆ। ਕਿਤੇ ਕਿਤੇ ਇਸ ਤਰ੍ਹਾਂ ਦੀਆਂ ਗੱਲਾਂ ਵੀ ਲੋਕਾਂ ਨੇ ਕਹੀਆਂ ਨੇ ਕਿ ਵੀ ਮੇਰੇ ਪੈਸੇ ਵੱਧ ਲੱਗ ਗਏ, ਟੈਸਟ 'ਤੇ ਲੱਗ ਗਏ। ਜੇ ਤੁਹਾਨੂੰ ਇੱਦਾਂ ਦੀ ਕੋਈ ਸਮੱਸਿਆ ਆਉਂਦੀ ਹੈ, ਅਸੀਂ ਆਪਣਾ ਕੰਟਰੋਲ ਰੂਮ ਬਣਾਇਆ, ਸਾਡੇ ਧਿਆਨ 'ਚ ਲਿਆਓ। ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਸਰਕਾਰ ਵੱਲੋਂ ਜਿਹੜੇ ਹਰ ਇੱਕ ਬੈੱਡ ਦੇ, L1 ਦੇ ਬੈੱਡ ਦੇ ਹਰ ਰੋਜ਼ ਦੇ ਕਿੰਨੇ ਚਾਰਜ ਨੇ, L2 ਦੇ ਜਿਸ ਸਿੰਪਲ ਆਕਸੀਜਨ ਲੱਗੀ ਹੈ ਉਹਦੇ ਕੀ ਚਾਰਜ ਨੇ,
ICU वाला बैड है ਉਹਦੇ ਕੀ ਚਾਰਜ ਨੇ, हर चीज़ का रेट तय किया होया। जे तुहानूं कोई शक है तुसीं साडी वैबसाइट तो या साडे कंट्रोल रूम तो ये रेट पता कर सकते हो। पर मैं एक गल तुहानूं दस देवां कि जदों आपां हालत बिगड़न ते हस्पताल जाने आ, आपां नूं एक तां L3 का महंगा बैड लेना पैंदा है, क्योंकि L3 ICU वाला जिहड़ा बैड है ਵੱਡੇ ਹਸਪਤਾਲ 'ਚ लगभग 18,000 रुपये ਉਹਦੀ ਡੇਲੀ ਦੀ ਜਿਹੜੀ ਹੈਗੀ ਆ ਕੋਸਟ ਹੈਗੀ ਆ। ਦੂਜੀ ਗੱਲ ਲੰਬੇ ਸਮੇਂ ਲਈ ਆਪਾਂ ਨੂੰ ਰਹਿਣਾ ਪੈਂਦਾ ਹੈ। ਤੀਜੀ ਗੱਲ ਇਹ ਹੈ ਵੀ ਦਵਾਈ ਵੱਧ ਲੱਗਦੀ ਹੈਗੀ ਹੈ। ਚੌਥੀ ਗੱਲ ਇਹ ਹੈ ਵੀ ਦਵਾਈ ਵੱਧ ਲੱਗ ਕੇ ਵੀ ਕਈ ਵਾਰੀ ਜਿਹੜੀ ਹੈਗੀ ਹੈ ਜਾਨ ਅਸੀਂ ਬਚਾ ਨਹੀਂ ਪਾਉਂਦੇ ਡਾਕਟਰ, ਕਿਉਂਕਿ ਇਹ ਕੋਈ ਮਸ਼ੀਨ ਦਾ ਮਾਮਲਾ ਨਹੀਂ, ਜਿਹੜਾ ਮਨੁੱਖੀ ਜੀਵਨ ਹੈ ਬੈਸਟ ਇਲਾਜ ਡਾਕਟਰ ਦੇ ਸਕਦੇ ਨੇ। ਪਰ ਜਿੰਨੀ ਜਲਦੀ ਤੁਸੀਂ ਆਓਗੇ ਉਨੀ ਜਲਦੀ ਤੁਹਾਡੇ ਠੀਕ ਹੋਣ ਦੀ ਅਤੇ ਬਚਣ ਦੀ ਸੰਭਾਵਨਾ ਵੱਧ ਹੈ। ਜਿੰਨਾ ਤੁਸੀਂ ਲੇਟ ਆਓਗੇ ਉਹਨਾਂ ਜਿਹੜਾ ਹੈਗਾ ਤੁਹਾਡੀ ਜਾਨ ਖਤਰੇ 'ਚ ਪੈਣ ਦੀ ਸੰਭਾਵਨਾ ਹੈ। ਇੱਕ ਹੋਰ ਪਰਿਵਾਰਾਂ ਨੂੰ ਮੈਂ ਗੱਲ ਦੱਸਣਾ ਚਾਹੁੰਦਾ, ਮੰਨ ਲਓ ਤੁਹਾਡੇ ਪਰਿਵਾਰ 'ਚ ਕਿਸੇ ਨੂੰ ਇਹ ਸਿੰਪਟਮ ਆ ਗਏ, ਜਿਹੜੇ ਤਕੜੇ ਬੰਦੇ ਨੇ, ਜਵਾਨ ਬੰਦੇ ਨੇ, ਉਹਨਾਂ ਦੇ ਬਚਣ ਦੀ ਸੰਭਾਵਨਾ ਵੱਧ ਹੁੰਦੀ ਹੈ। ਪਰ ਜਿਹੜੇ ਲੋਕਾਂ ਦੀ ਉਮਰ ਜ਼ਿਆਦਾ ਹੈ, 60 ਸਾਲ ਤੋਂ ਵੱਧ ਉਮਰ ਦੇ ਲੋਕ, ਜਿਨ੍ਹਾਂ ਨੂੰ ਕੋਈ ਕਿਡਨੀ ਦੀ ਸਮੱਸਿਆ ਪਹਿਲਾਂ ਤੋਂ ਚੱਲੀ ਆ ਰਹੀ ਹੈ, ਜਿਨ੍ਹਾਂ ਨੂੰ ਸ਼ੂਗਰ ਬਹੁਤ ਜ਼ਿਆਦਾ ਹੈਗੀ ਹੈ, ਜਾਂ ਹੋਰ ਕੋਈ ਐਸੇ ਘਾਤਕ ਰੋਗ ਜਿੱਦਾਂ ਕਿ ਕਿਸੇ ਦੀ ਕੀਮੋਥੈਰੇਪੀ ਚੱਲਦੀ ਹੈ, ਕੈਂਸਰ ਹੈ, ਜਾਂ ਹੋਰ ਕਿਸੇ ਨੂੰ ਕੋਈ ਇਸ ਤਰ੍ਹਾਂ ਦਾ ਰੋਗ ਜਿਹੜਾ ਲੱਗਿਆ, ਬੰਦਾ ਪਹਿਲਾਂ ਹੀ ਰੋਗੀ ਹੈ ਜਾਂ ਕਮਜ਼ੋਰ ਹੈ, ਜਿਹਨੂੰ ਅੰਗਰੇਜ਼ੀ 'ਚ ਅਸੀਂ ਕੋਮੋਰਬਿਡ ਬੰਦੇ ਕਹਿੰਦੇ ਹਾਂ, ਉਹਨਾਂ ਨੂੰ ਬਚਾਉਣਾ ਫਿਰ ਔਖਾ ਹੋ ਜਾਂਦਾ ਹੈ। ਇਹੋ ਜਿਹੇ ਬੰਦਿਆਂ ਨੂੰ ਬਚਾਉਣਾ ਮੁਸ਼ਕਿਲ ਜ਼ਰੂਰ ਹੈ, ਪਰ ਇੰਪੋਸੀਬਲ ਨਹੀਂ। ਸਮੇਂ ਸਿਰ ਇਹਨਾਂ ਨੂੰ ਹਸਪਤਾਲ ਲੈ ਕੇ ਆਓ। ਜੇ ਤੁਹਾਨੂੰ ਪ੍ਰਾਈਵੇਟ 'ਚ ਜਾਣਾ ਮਹਿੰਗਾ ਲੱਗਦਾ, ਸਾਡੇ ਸਰਕਾਰੀ ਹਸਪਤਾਲ ਜਿਹੜੇ ਹੈਗੇ ਨੇ, ਚਾਹੇ ਤੁਹਾਡਾ ਸਿਵਲ ਹਸਪਤਾਲ ਹੋਵੇ, ਕੂਮ ਕਲਾਂ ਦਾ ਹਸਪਤਾਲ ਹੋਵੇ, ਕੁਲਾਰ ਦਾ ਹਸਪਤਾਲ ਹੋਵੇ, ਖੰਨਾ, ਜਗਰਾਓਂ ਚ ਵੀ ਅਸੀਂ ਇਲਾਜ ਦੇ ਸੈਂਟਰ ਤੁਹਾਡੇ ਬਣਾਏ ਹੈ। ਸੋ ਇਹ ਸਾਰੀਆਂ ਥਾਵਾਂ 'ਤੇ ਸਾਰੇ ਟੈਸਟ ਵੀ ਫ੍ਰੀ ਨੇ, ਔਰ ਤੁਹਾਡਾ ਅੰਦਰ ਰਹਿਣਾ, ਖਾਣਾ ਪੀਣਾ ਸਾਰਾ ਕੁਝ ਫ੍ਰੀ ਹੈਗਾ। ਸੋ ਕਿਰਪਾ ਕਰਕੇ ਤੁਸੀਂ ਇਹੋ ਜਿਹੀਆਂ ਥਾਵਾਂ 'ਤੇ ਟਾਈਮ ਸਿਰ ਆ ਕੇ ਆਪਣਾ ਇਲਾਜ ਕਰਾਓ। ਕਰੋਨਾ ਤੋਂ ਕੋਈ ਡਰਨ ਦੀ ਲੋੜ ਨਹੀਂ। ਮੈਨੂੰ ਪਤਾ ਹੈ ਜਿਵੇਂ ਦਾ ਤੁਹਾਡਾ ਐਟੀਟਿਊਡ ਹੁਣ ਬਦਲਿਆ, ਤੁਹਾਡਾ ਦ੍ਰਿਸ਼ਟੀਕੋਣ ਬਦਲਿਆ, ਜਿੱਦਾਂ ਤੁਸੀਂ ਦੱਬ ਕੇ ਹੁਣ ਟੈਸਟ ਕਰਾ ਰਹੇ ਹੈਗੇ ਹੋ। ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ ਵੀ ਔਰ ਮੈਨੂੰ ਸਰਕਾਰੀ ਵਾਲਿਆਂ ਨੇ ਵੀ ਦੱਸਿਆ ਕਿ ਪਹਿਲਾਂ ਨਾਲੋਂ ਹੁਣ ਜਲਦੀ ਲੋਕ ਆ ਰਹੇ ਹੈ। ਇਸ ਗੱਲ ਦੀ ਮੈਨੂੰ ਖੁਸ਼ੀ ਹੈ, ਔਰ ਬਹੁਤ ਸਾਰੀਆਂ ਜਾਨਾਂ ਅਸੀਂ ਬਚਾਉਣ 'ਚ ਕਾਮਯਾਬ ਹੋਏ ਹਾਂ। ਪਰ ਇਹ ਮਿਸ਼ਨ ਆਪਣਾ ਉਦੋਂ ਪੂਰੇ ਹੋਣਾ, ਮਿਸ਼ਨ ਫਤਿਹ ਉਦੋਂ ਪੂਰੇ ਹੋਣਾ ਜਿੱਦੇ ਮੈਂ ਉਸ ਦਿਨ ਦੀ ਇੰਤਜ਼ਾਰ ਕਰ ਰਿਹਾ, ਜਿੱਦੇ ਲੁਧਿਆਣੇ ਜ਼ਿਲ੍ਹੇ ਤੋਂ ਇੱਕ ਵੀ ਮੌਤ ਜਿਹੜੀ ਹੈਗੀ ਆ ਉਹਦੀ ਖਬਰ ਨਹੀਂ ਆਊਗੀ। ਪੋਜ਼ੀਟਿਵ ਜਦੋਂ ਆਉਂਦੇ ਨੇ ਲੋਕ, ਮੈਨੂੰ ਉਸ ਸੰਖਿਆ ਨਾਲ ਫਿਕਰ ਨਹੀਂ ਹੁੰਦੀ, ਕਿਉਂਕਿ ਪੋਜ਼ੀਟਿਵ ਜਦੋਂ ਬੰਦਾ ਹੋ ਗਿਆ, ਉਹਨੂੰ ਆਪਦੀ ਬਿਮਾਰੀ ਦਾ ਪਤਾ ਲੱਗ ਗਿਆ, ਉਹ ਹੋਮ ਆਈਸੋਲੇਟ ਰਹੂਗਾ, ਆਪਦਾ ਇਲਾਜ ਕਰਾਊਗਾ, ਉਹ ਬੰਦਾ ਠੀਕ ਹੋ ਸਕਦਾ ਹੈ। ਪਰ ਜਿਹੜੀ ਜਾਨ ਚਲੀ ਜਾਂਦੀ ਹੈ ਉਹ ਸਾਡੇ ਲਈ ਬੜਾ ਵੱਡਾ ਘਾਟਾ ਹੈ। ਇੱਕ ਇੱਕ ਜਾਨ ਸਾਡੇ ਲਈ ਕੀਮਤੀ ਹੈ, ਔਰ ਇਹ ਸਿਰਫ ਲੇਟ ਆਉਣ ਕਰਕੇ ਹੋ ਰਹੀਆਂ। ਕਈ ਵਾਰ ਇੱਦਾਂ ਦੀਆਂ ਗੱਲਾਂ ਫੈਲਦੀਆਂ ਨੇ ਕਿ ਵੀ ਆਕਸੀਜਨ ਘੱਟ ਗਈ, ਕੋਈ ਦਵਾਈ ਘੱਟ ਗਈ। ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਕਿ ਹਰ ਚੀਜ਼ ਦਾ ਅਸੀਂ ਪ੍ਰਬੰਧ ਕਰ ਰੱਖਿਆ ਹੈਗਾ, ਕਿਸੇ ਤਰ੍ਹਾਂ ਦੀ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਕੁਛ ਕੁ ਮੈਂ ਸਵਾਲ ਜਿਹੜੇ ਹੈਗੇ ਆ ਉਹ ਤੁਹਾਡੇ ਹੁਣ ਇਸ ਤੋਂ ਬਾਅਦ ਲੈਣਾ। HBMS ਇਜ਼ ਨਾਟ ਵਰਕਿੰਗ ਫॉर ਫਿਊ ਡੇਜ਼, ਰਵਿੰਦਰ ਵਿਜ ਜੀ ਨੇ ਕਿਹਾ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਹੌਸਪੀਟਲ ਬੈੱਡ ਮੈਨੇਜਮੈਂਟ ਸਿਸਟਮ ਜਿਹੜੀ ਐਪ ਆ ਉਹ ਇਕੱਲੇ ਲੁਧਿਆਣੇ ਲਈ ਬਣਾਈ ਗਈ ਸੀ। ਫਿਰ ਉਹ 'ਚ ਸਵਾਲ ਉਠਾਏ ਗਏ ਕਿ ਵੀ ਪੰਜਾਬ 'ਚ ਤਾਂ ਸਰਕਾਰ ਕਹਿੰਦੀ ਇੰਨੇ ਬੈੱਡ ਹੈ, ਇਸ 'ਚ ਘੱਟ ਬੈੱਡ ਦਿਖਾ ਰਹੇ ਆ। ਉਸ ਕਰਕੇ ਪੰਜਾਬ ਲੈਵਲ 'ਤੇ ਇੱਕ ਐਪ ਹੈਗੀ ਆ COVA, COVA। ਉਹ COVA ਐਪ ਦੇ ਵਿੱਚ ਅਸੀਂ ਇਹਨੂੰ ਮਰਜ ਕਰਤਾ। ਜੇ ਤੁਸੀਂ ਬੈੱਡਾਂ ਦੀ ਸੰਖਿਆ ਦੇਖਣੀ ਹੈ ਤਾਂ COVA ਐਪ 'ਚ ਜਾ ਕੇ ਤੁਸੀਂ ਹੁਣ ਵਿਗ ਸਾਹਿਬ ਦੇਖ ਸਕਦੇ ਹੋ। ਇਹ ਤਾਂ ਕੀਤਾ ਗਿਆ ਤਾਂ ਕਿ ਕਿਸੇ ਨੂੰ ਕੋਈ ਭੁਲੇਖਾ ਨਾ ਪਵੇ, ਉੱਥੇ ਸਾਰੇ ਜ਼ਿਲ੍ਹਿਆਂ ਦੀ ਇਕੱਠੀ ਇਨਫੋਰਮੇਸ਼ਨ ਹੈ। HBMS ਅਸੀਂ ਪਹਿਲਾਂ ਜਿਹੜਾ ਹੈਗਾ ਇਕੱਲੇ ਲੁਧਿਆਣੇ ਲਈ ਸ਼ੁਰੂ ਕੀਤਾ ਸੀ, ਹੁਣ ਅਸੀਂ ਇਹ ਡਿਸਕੰਟੀਨਿਊ ਕਰਤਾ ਜੀ। ਇਹ ਕੋਈ ਮੈਨੂੰ ਪੁੱਛ ਰਿਹਾ ਹੈ ਕਿ ਵੀ ਕਰੋਨਾ ਦੀ ਰੀਅਲ ਸੱਚਾਈ ਕੀ ਹੈ। ਦੇਖੋ, ਮੈਨੂੰ ਕਈ ਵਾਰੀ ਦੁੱਖ ਹੁੰਦਾ, ਅਸੀਂ ਪੁਰਾਣੀ ਆਪਣੀ ਹਿਸਟਰੀ ਪੜ੍ਹਦੇ ਹਾਂ ਵੀ ਕੋਪਰਨਿਕਸ ਨਾਂ ਦਾ ਇੱਕ ਸਾਇੰਟਿਸਟ ਸੀਗਾ। ਜਦੋਂ ਉਹਨੇ ਕਿਹਾ ਵੀ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਤਾਂ ਉਹਨੂੰ ਕਿਹਾ ਗਿਆ ਵੀ ਤੂੰ ਆਪਦੀ ਗਲਤੀ ਮੰਨ ਲੈ। ਉਹ ਕਹਿੰਦਾ ਨਹੀਂ, ਇਹ ਸੱਚ ਇੱਦਾਂ ਹੀ ਹੈ। ਉਹਨੂੰ ਕੋਹ ਕੇ ਮਾਰਿਆ ਗਿਆ ਅਤੇ ਉਹਨੂੰ ਖੰਭੇ ਨਾਲ ਬੰਨ੍ਹ ਕੇ ਸਾੜ ਦਿੱਤਾ ਗਿਆ। ਅੱਜ ਦੇਖੋ ਇਸ ਯੁੱਗ 'ਚ ਐਡੀ ਵੱਡੀ ਰਿਸਰਚ ਹੋ ਰਹੀ ਹੈ। ਅਮਰੀਕਾ ਵਰਗੇ ਦੇਸ਼, ਇਟਲੀ ਵਰਗੇ ਦੇਸ਼, ਵੱਡੇ ਵੱਡੇ ਦੇਸ਼ ਜਿਹੜੇ ਕਿ ਸਾਡੇ 'ਚੋਂ ਹੈਲਥ ਸਿਸਟਮ 'ਚੋਂ ਬਹੁਤ ਅੱਗੇ ਨੇ, ਉਹ ਸਾਰੇ ਦੇਸ਼ ਰਿਸਰਚ ਕਰ ਰਹੇ ਆ ਇਸ ਬਿਮਾਰੀ 'ਤੇ ਹੈ। ਔਰ ਜਦੋਂ ਸਾਡੇ ਸਮਾਜ ਦੇ ਇੱਕ ਵਰਗੇ ਪੁੱਛਦਾ ਵੀ ਕੀ ਕਰੋਨਾ ਹੈਗਾ, ਮੈਨੂੰ ਬੜਾ ਦੁੱਖ ਹੁੰਦਾ ਵੀ ਇੱਕ ਸਾਇੰਟੀਫਿਕ ਟੈਂਪਰ ਜਿਹੜਾ ਹੈਗਾ, ਸਿਹਤ ਨਾ ਹੋਣੀ, ਮਹਾਂਮਾਰੀ ਆਣੀ ਚਲੀ ਜਾਣੀ, ਇਹ ਕੁਦਰਤੀ ਵਰਤਾਰੇ ਨੇ। ਪਰ ਜਿਹੜੀ ਸੋਚ ਹੈ, ਜ਼ਹਿਨੀਅਤ ਹੈ, ਉਹਦਾ ਠੀਕ ਹੋਣਾ,
ਉਹਦੇ ਤੇ ਮੈਨੂੰ ਚਿੰਤਾ ਹੁੰਦੀ ਹੈ ਵੀ ਜਿਹੜਾ ਸਾਇੰਟੀਫਿਕ ਟੈਂਪਰ ਸਮਾਜ 'ਚ ਇੱਕ ਤਰਕਸ਼ੀਲ ਸੋਚ ਆਉਣੀ ਕਿੱਡੀ ਜ਼ਰੂਰੀ ਹੈ। ਵੀ ਸਾਡੇ ਸਮਾਜ ਦੇ ਕੁਝ ਲੋਕ ਇਹ ਗੱਲਾਂ ਫੈਲਾ ਰਹੇ ਆ ਵੀ ਕਰੋਨਾ ਸੱਚ ਨਹੀਂ ਹੈ, ਔਰ ਕੁਝ ਲੋਕ ਉਹਨੂੰ ਮੰਨ ਵੀ ਰਹੇ ਆ। ਮੈਂ ਉਹਨਾਂ ਲੋਕਾਂ 'ਤੇ ਤਰਸ ਹੀ ਕਰ ਸਕਦਾ। ਮੇਰੀ ਬੇਨਤੀ ਹੈ ਕਿ ਆਪਣੀ ਬੁੱਧੀਮੱਤਾ ਦਾ ਆਪਾਂ ਸਬੂਤ ਦਈਏ ਅਤੇ ਇੱਦਾਂ ਦੇ ਗੈਰ ਜ਼ਰੂਰੀ ਜਿਹੜੇ ਹੈਗੇ ਹੈ ਸਵਾਲ ਜਿਹੜੇ ਲੋਕ ਚੁੱਕਦੇ ਆਪਾਂ ਉਹਨਾਂ ਨੂੰ ਵੰਗਾਰੀਏ। ਇਹ ਲੋਕ ਆਪਣਾ ਤਮਾਸ਼ਾ ਦੇਖ ਰਹੇ ਆ ਆਪਾਂ ਨੂੰ ਮੂਰਖ ਬਣਾ ਕੇ, ਅਤੇ ਮੁੜ ਕੇ ਦੂਜੇ ਸੂਬਿਆਂ ਦੇ ਲੋਕ ਹੱਸਦੇ ਹੋਣਗੇ ਵੀ ਪੰਜਾਬੀ ਇਹੋ ਜਿਹੇ ਫੋਹਾਂ ਵਾਲਿਆਂ ਦੇ ਬੰਦੇ ਦੇ ਪਿੱਛੇ ਲੱਗੇ ਹੋਏ ਆ। ਕਰੋਨਾ ਹੈ ਜੀ, ਔਰ ਇਸ 'ਤੇ ਰਿਸਰਚ ਹੋਈ ਹੈ, ਔਰ ਅਸੀਂ ਬੜੇ ਨੇੜੇ ਹੈ। ਬਹੁਤ ਸਾਰੇ ਵਿਕਸਿਤ ਮੁਲਕਾਂ ਨੇ ਇਹਦੀ ਜਿਹੜੀ ਵੈਕਸੀਨ ਹੈ ਉਹਦੇ ਨੇੜੇ ਪਹੁੰਚ ਗਏ ਹੈ। ਇੰਡੀਆ 'ਚ ਵੀ ਇਹਦੇ ਜਿਹੜੇ ਟਰਾਇਲ ਵਗੈਰਾ ਚੱਲ ਰਹੇ ਆ, ਔਰ ਸਾਡੀ ਜਿਹੜੀ ICM ਪੂਣੇ ਦੀ ਜਿਹੜੀ ਲੈਬ ਹੈ, ਤੁਸੀਂ ਹਰ ਰੋਜ਼ ਖਬਰਾਂ 'ਚ ਸੁਣਦੇ ਹੀ ਹੋਵੋਗੇ। ਤੋ ਇਸ ਕਰਕੇ ਔਰ ਬੜੀ ਸੀਰੀਅਸ ਬਿਮਾਰੀ ਹੈ। ਮੈਂ ਇੱਕ ਦੱਸ ਦੇਵਾਂ, ਇਹ 100 'ਚੋਂ 95 ਬੰਦੇ ਤਾਂ ਸੁੱਕੇ ਲੰਘ ਜਾਂਦੇ ਆ, ਬਟ ਜਿਹੜੇ 4-5% ਹੈ ਉਹਨਾਂ 'ਚ ਵੇਟ ਲਾਸ ਵੀ ਹੁੰਦਾ, ਉਹਨਾਂ ਦਾ ਵਜਨ ਵੀ ਘਟਦਾ ਹੈ, ਫੇਫੜਿਆਂ 'ਚ ਪਾਣੀ ਵੀ ਭਰਦਾ, ਔਰ ਬੜੀ ਗੰਭੀਰ ਕਿਸਮ ਦੀ ਉਹਨਾਂ ਨੂੰ ਚੁਣੌਤੀਆਂ ਪੇਸ਼ ਆਉਂਦੀਆਂ ਨੇ। ਤਾਂ ਹੀ ਕਰਕੇ 4% ਲੋਕਾਂ ਦੀ ਜਿਹੜੀ ਹੈ ਡੈਥ ਹੋ ਰਹੀ ਹੈ। ਸੋ ਆਪਾਂ ਨੂੰ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ। 100 'ਚੋਂ 4 ਬੰਦੇ ਬਹੁਤ ਹੁੰਦੇ ਆ, ਹਰ ਇੱਕ ਜਾਨ ਕੀਮਤੀ ਹੈ। ਅੱਗੇ ਕ੍ਰਿਸ਼ਨ ਗੋਗਨਾ ਜੀ ਕਹਿੰਦੇ ਆ ਕੋਵਿਡ ਟੈਸਟ ਹਰੇਕ ਆਦਮੀ ਲਈ ਜ਼ਰੂਰੀ ਹੋਣਾ ਚਾਹੀਦਾ ਹੈ ਅਤੇ ਰੱਖ ਰਖਾਵ ਲਈ ਘਰ ਵਿੱਚ ਹੀ ਪ੍ਰਬੰਧ ਕੀਤਾ ਜਾਣਾ ਚਾਹੀਦਾ। ਬਿਲਕੁਲ ਠੀਕ ਹੈ ਗੋਗਨਾ ਸਾਹਿਬ, ਮੈਂ ਤੁਹਾਡੇ ਨਾਲ ਬਿਲਕੁਲ 100% ਇਹਦੇ 'ਤੇ ਸਹਿਮਤ ਹੈ। ਸਾਰਿਆਂ ਨੂੰ ਆਪਾਂ ਨੂੰ ਟੈਸਟ ਕਰਾਉਣਾ ਚਾਹੀਦਾ, ਔਰ ਇਹ ਸਰਕਾਰੀ ਲੈਬ 'ਚ ਫ੍ਰੀ ਟੈਸਟ ਹੈਗਾ, ਪਰ ਹੁਣ ਬੜੇ ਸਾਰੇ ਲੋਕ ਇਹ ਟੈਸਟ ਕਰਾ ਰਹੇ ਆ। ਭਵਿਆ ਗਰਗ ਜੀ ਨੂੰ ਸ਼ਿਕਾਇਤ ਹੈ ਵੀ ਜਗਰਾਓਂ ਬ੍ਰਿਜ ਜਿਹੜਾ ਹੈਗਾ ਉਹ ਪੂਰਾ ਨਹੀਂ ਹੋ ਰਿਹਾ। ਇਹ ਭਵਿਆ ਜੀ ਇਹ ਬੜੀ ਜਲਦੀ ਪੂਰਾ ਹੋਣ ਵਾਲਾ ਹੈ। ਇਹ ਮੈਨੂੰ ਲੱਗਦਾ ਕਮਿੰਗ ਦੁਸ਼ਹਿਰੇ ਤੱਕ ਜਿਹੜਾ ਹੈਗਾ ਇਹ ਕਾਰਪੋਰੇਸ਼ਨ ਬੜਾ ਸ਼ਿੱਦਤ ਨਾਲ, ਔਰ ਮੇਅਰ ਸਾਹਿਬ ਇਸ 'ਤੇ ਲੱਗੇ ਹੋਏ ਨੇ, ਔਰ ਬੜੀ ਜਲਦੀ ਇਹ ਤੁਹਾਨੂੰ ਮਿਲ ਜਾਏਗਾ ਜੀ। ਰਮਨ ਬੈਂਸ ਸਾਹਿਬ ਕਹਿੰਦੇ ਹੈ ਸਾਰੇ ਪਾਸੇ ਇਹ ਮੈਨੂੰ ਲੱਗਦਾ ਸੇਵਾ ਕੇਂਦਰ ਵਗੈਰਾ ਅਤੇ ਭੀੜ ਵਗੈਰਾ ਤੋਂ ਇਹ ਕਹਿੰਦੇ ਹੈ ਕਿ ਉਹਨਾਂ ਬਾਰੇ ਵੀ ਸੋਚਿਆ ਜਾਵੇ। ਸੇਵਾ ਕੇਂਦਰ ਵੱਲ ਵੀ ਉਸ ਵਿੱਚ ਸਟਾਫ ਬਾਰੇ ਵੀ ਸੋਚੋ। ਦੇਖੋ ਗੱਲ ਇਹ ਹੈ ਰਮਨ ਬੈਂਸ ਸਾਹਿਬ, ਆਪਾਂ ਨੂੰ ਸਾਰਿਆਂ ਬਾਰੇ ਸੋਚਣਾ ਚਾਹੀਦਾ। ਪੱਤਰਕਾਰ ਵੀਰਾਂ ਬਾਰੇ ਵੀ ਸੋਚਣਾ ਚਾਹੀਦਾ, ਉਹ ਵਿਚਾਰੇ ਰੋਜ਼ ਆਪਦੀ ਡਿਊਟੀ ਕਰਦੇ ਨੇ। ਦੁੱਧ ਵਾਲਿਆਂ ਬਾਰੇ ਵੀ ਸੋਚਣਾ ਚਾਹੀਦਾ, ਸਬਜ਼ੀ ਵਾਲਿਆਂ ਬਾਰੇ ਵੀ ਸੋਚਣਾ ਚਾਹੀਦਾ, ਬੈਂਕਾਂ ਵਾਲੇ ਵੀ ਸੋਚਣਾ ਚਾਹੀਦਾ, DC ਬਾਰੇ ਵੀ ਸੋਚਣਾ ਚਾਹੀਦਾ। ਮੈਂ ਵੀ ਤੁਹਾਡੇ ਵਰਗਾ ਬੰਦਾ ਹੀ ਹਾਂ, ਮੈਂ ਵੀ ਡਿਊਟੀ ਕਰਦਾ। ਸੋ ਇਸ ਕਰਕੇ ਸੇਵਾ ਕੇਂਦਰ ਵਾਲੇ ਜਿਹੜੇ ਬੰਦੇ ਨੇ ਉਹਨਾਂ ਦੀਆਂ ਸੇਵਾਵਾਂ ਜ਼ਰੂਰੀ ਨੇ, ਜ਼ਰੂਰ ਆਪਾਂ ਨੂੰ ਸੋਚਣਾ ਚਾਹੀਦਾ। ਪਰ ਇਹ ਸੇਵਾ ਐਸੀ ਹੈ ਕਿ ਇਹਨੂੰ ਬੰਦ ਨਹੀਂ ਕੀਤਾ ਜਾ ਸਕਦਾ। ਬਹੁਤ ਬੱਚਿਆਂ ਨੇ ਆਪਣੇ ਟੈਸਟ ਦੇਣੇ ਹੈ, ਕਿਸੇ ਨੇ ਕਾਸਟ ਸਰਟੀਫਿਕੇਟ ਬਣਾਉਣਾ, ਕਿਸੇ ਨੇ ਇਨਕਮ ਸਰਟੀਫਿਕੇਟ ਬਣਾਉਣਾ। ਦੁਨੀਆ ਬਿਮਾਰੀ ਕਰਕੇ ਖੜ੍ਹ ਨਹੀਂ ਸਕਦੀ, ਦੁਨੀਆ ਚੁਕੰਨੀ ਹੋ ਸਕਦੀ ਹੈ। ਅਸੀਂ ਚੁਕੰਨੇ ਹੋਈਏ, ਟੈਸਟ ਕਰਾਈਏ, ਮਾਸਕ ਪਾ ਕੇ ਦਫ਼ਤਰਾਂ ਨੂੰ ਜਾਈਏ ਅਤੇ ਕੰਮ ਕਰੀਏ ਡਟ ਕੇ। ਸੋ ਇਸ ਕਰਕੇ ਸੇਵਾ ਕੇਂਦਰ ਬੰਦ ਨਹੀਂ ਜੀ ਹੋਣੇ, ਅਸੀਂ ਉਹਨਾਂ ਬਾਰੇ ਧਿਆਨ ਰੱਖ ਰਹੇ ਹੈਗੇ ਹਾਂ। ਸੂਦਨ ਅਨਿਲ ਸਾਹਿਬ ਇਹ ਕਹਿੰਦੇ ਹੈ ਇਫ ਏ ਪਰਸਨ ਟੈਸਟਡ ਨੈਗੇਟਿਵ ਟੂਡੇ ਨੈਕਸਟ ਡੇ ਹੀ ਕੰਟੈਕਟਡ ਏ ਪੋਜ਼ੀਟਿਵ ਦੈਨ ਬਿਕੇਮ ਪੋਜ਼ੀਟਿਵ, ਵਾਟ ਬੈਨੀਫਿਟ ਆਫ ਮਾਸ ਟੈਸਟਿੰਗ। ਦੇਖੋ ਗੱਲ ਇਹ ਹੈਗੀ ਹੈ, ਜਦੋਂ ਮਲਾਹ ਕਿਸ਼ਤੀ 'ਚ ਰੋਜ਼ ਜਾਂਦਾ ਹੈ ਉਹ ਇਹੀ ਦੁਆ ਕਰਦਾ ਵੀ ਮੈਂ ਡੁੱਬਾਂ ਨਾ। ਪਰ ਜੇ ਆਪਾਂ ਇਹ ਸੋਚੀਏ ਵੀ ਕਿਸੇ ਦਿਨ ਕਿਸ਼ਤੀ ਡੁੱਬ ਜੂਗੀ, ਵੀ ਅੱਜ ਹੀ ਡੋਬਦੀ ਹੈ ਕਿਸ਼ਤੀ, ਇਹ ਤਾਂ ਗਲਤ ਹੈ ਨਾ ਗੱਲ। ਸੋ ਸੂਦਨ ਅਨਿਲ ਜੀ, ਜੇ ਜਦੋਂ ਪੋਜ਼ੀਟਿਵ ਬੰਦੇ ਨੇ ਹੋਣਾ ਹੈ ਜਾਂ ਜੇ ਬੰਦੇ ਦੀ ਕਿਸਮਤ ਹੀ ਹੈ ਵੀ ਉਹਨੇ ਬਿਮਾਰ ਹੋਣਾ, ਉਹ ਬਾਅਦ ਦੀ ਗੱਲ ਹੈ। ਬਟ ਹੁਣ ਅਸੀਂ ਟੈਸਟਿੰਗ ਕਰਕੇ ਜਿੰਨੇ ਅਸੀਂ ਪੋਜ਼ੀਟਿਵ ਬੰਦੇ ਫੜ ਲਾਂਗੇ, ਇੱਕ ਪੋਜ਼ੀਟਿਵ ਦਾ ਮਤਲਬ ਹੈ ਚੇਨ ਰਿਐਕਸ਼ਨ ਹੈ। ਜਿਹੜਾ ਜਿਵੇਂ ਆਪਣਾ ਐਟਮ ਬੰਬ ਹੁੰਦਾ, ਐਟਮ ਬੰਬ 'ਚ ਚੇਨ ਰਿਐਕਸ਼ਨ ਚੱਲਦੀ ਹੈ। ਇੱਕ ਐਟਮ ਤੋਂ 3, 3 ਤੋਂ 9, 9 ਤੋਂ 27, ਔਰ ਕਰਦੇ ਕਰਦੇ ਕਰੋੜਾਂ ਚਲੀ ਜਾਂਦੀ ਹੈ। ਐਵੇਂ ਜੀ ਕਰੀ ਜੇ ਅਸੀਂ ਇੱਕ ਬੰਦਾ ਪੋਜ਼ੀਟਿਵ ਫੜਦੇ ਹਾਂ ਤਾਂ ਉਹਦੇ ਤੋਂ 10 ਬੰਦਿਆਂ ਨੂੰ ਹੋਣ ਦੀ ਸੰਭਾਵਨਾ ਹੁੰਦੀ ਹੈ। ਇਹਨੂੰ ਰੋਕਣ ਦਾ, ਮੱਧਮ ਕਰਨ ਦਾ ਸਿਰਫ ਸਿਸਟਮ ਇਹੀ ਹੈ ਵੀ ਅਸੀਂ ਟੈਸਟਿੰਗ ਕਰਕੇ ਐਸੇ ਬੰਦਿਆਂ ਨੂੰ ਕੰਟੇਨ ਹੋਣ ਲਈ ਕਹੀਏ, ਆਪਣੀ ਜਾਨ ਬਚਾਉਣ ਲਈ ਕਹੀਏ। ਜੇ ਇਹ ਬੰਦਿਆਂ ਨੂੰ ਅਸੀਂ ਮਾਸਕ ਵੀ ਨਾ ਪਾਈਏ, ਘੁੰਮਦੇ ਫਿਰੀ ਜਾਈਏ, ਟੈਸਟ ਵੀ ਨਾ ਕਰੀਏ। ਦੇਖੋ ਇੱਕ ਕਾਮਨ ਸੈਂਸ ਵਾਲੀ ਗੱਲ ਹੈ, ਸਾਨੂੰ ਬਾਰ-ਬਾਰ ਇਹ ਕਹਿਣੀ ਪੈ ਰਹੀ ਹੈ। ਜੇ ਆਪਾਂ ਇਹ ਸਾਰਾ ਨਹੀਂ ਕਰਾਂਗੇ ਤਾਂ ਇੰਨੇ ਜ਼ਿਆਦਾ ਬੰਦੇ ਐਟ ਏ ਟਾਈਮ ਪੋਜ਼ੀਟਿਵ ਆ ਜਾਣਗੇ ਵੀ ਆਪਣੇ ਹਸਪਤਾਲ ਭਰ ਜਾਣਗੇ, ਫਿਰ ਤੁਸੀਂ ਕਹੋਗੇ ਜੀ ਬੈੱਡ ਖਤਮ ਹੋ ਗਏ। ਸੋ ਹੌਲੀ ਹੌਲੀ ਕਰਕੇ ਹੋਣਾ ਤਾਂ ਬਹੁਤਾਂ ਨੂੰ ਹੈ, 50% ਜਨਤਾ ਨੂੰ ਹੌਲੀ ਹੌਲੀ ਕਰਕੇ ਹੋਣਾ ਹੈਗਾ। ਹੁਣ ਪਿੱਛੇ ਜੇ ਆ ਟੈਸਟ ਕੁਛ ਲੋਕ ਕਰਕੇ ਗਏ ਆ ਵੀ 30-40% ਲੋਕ ਪਹਿਲਾਂ ਹੀ ਇਫੈਕਟ ਹੋ ਕੇ ਐਂਟੀਬੋਡੀਜ਼ ਉਹਨਾਂ 'ਚ ਬਣ ਗਈਆਂ। ਪਰ ਉਹ ਹੋਣਾ ਕਿੰਨੇ ਸਮੇਂ 'ਚ ਹੈ? 6 ਮਹੀਨੇ ਆਪਾਂ ਲੰਘਾਤੇ, ਆਪਾਂ 6-7 ਮਹੀਨੇ ਇਹਨੂੰ ਹੋਰ ਲਿੰਗਰ ਔਨ ਕਰਨਾ। ਜੇ ਆਪਣੇ ਹਸਪਤਾਲ ਇੱਕੋ ਦਮ ਹੀ ਆਪਾਂ ਸਾਰੇ ਬਿਮਾਰ ਹੋ ਕੇ ਚਲੇ ਗਏ
भी टब्बर ਦੇ ਸਾਰੇ ਬੰਦੇ ਹੀ ਬਿਮਾਰ ਹੋ ਜਾਣ ਤੇ ਰੋਟੀ ਖਵਾਉਣ ਵਾਲਾ ਇੱਕ ਵੀ ਨਾ ਰਹੇ, ਤੁਸੀਂ ਦੱਸੋ ਕੀ ਹਾਲਾਤ ਹੋਣਗੇ। ਇੱਦਾਂ ਹੀ ਆਪਣਾ ਪੰਜਾਬ ਵੀ ਤਾਂ ਇੱਕ ਟੱਬਰ ਹੀ ਹੈ, ਜੇ ਸਾਰਾ ਪੰਜਾਬ ਹੀ ਬਿਮਾਰ ਹੋ ਕੇ ਬਹਿ ਗਿਆ ਫਿਰ ਇਲਾਜ ਕੌਣ ਕਰੂਗਾ। ਸੋ ਇਹੀ ਇਹਦਾ ਲੌਜਿਕ ਹੈ ਇਹਨੂੰ ਕਰਨ ਦਾ। ਬਬਿਆ ਗਰਗ ਜੀ ਨੇ ਇੱਕ ਹੋਰ ਸਵਾਲ ਕਰਤਾ, ਇਹ ਕੋਈ ਸਪੈਸੀਫਿਕ ਸਵਾਲ ਹੈਗਾ ਵੀ ਡਿਪੂ ਹੋਲਡਰਸ ਦਾ ਵੀ ਇੰਸ਼ੋਰੈਂਸ ਕਰਾਓ, ਇੱਕ ਮਹਿਕਮੇ ਵਿਸ਼ੇਸ਼ ਨਾਲ ਸੰਬੰਧ ਰੱਖਦਾ ਹੈਗਾ ਔਰ ਮੈਂ ਉਹਨਾਂ ਦੇ ਧਿਆਨ 'ਚ ਗੱਲ ਲਿਆ ਦੂੰਗਾ ਜੀ। ਪ੍ਰੇਮ ਸਿੰਘ ਜੀ ਕਹਿੰਦੇ ਹੈ ਕਿ ਵੀ ਮੈਂ ਮੇਲ ਕੀਤੀ ਜੀ ਪਰ ਇਸ 'ਤੇ ਕੋਈ ਅਸਰ ਨਹੀਂ ਹੋਇਆ। ਪ੍ਰੇਮ ਸਿੰਘ ਜੀ ਜਦੋਂ ਸਾਡੇ ਕੋਲ ਮੇਲ ਆਉਂਦੀ ਹੈ ਉਹ ਇਮੀਡੀਏਟਲੀ ਮੈਨੂੰ ਪੁੱਟ ਅਪ ਹੁੰਦੀ ਹੈ, ਅਸੀਂ ਕਿਸੇ ਨਾ ਕਿਸੇ ਮਹਿਕਮੇ ਨੂੰ ਉਹਨੂੰ ਪੜਤਾਲ ਲਈ ਭੇਜ ਦਿੰਦੇ ਹਾਂ। ਇਹ ਕੋਈ ਇੱਦਾਂ ਚਮਤਕਾਰ ਨਹੀਂ ਵੀ ਤੁਸੀਂ ਮੇਲ ਕੀਤੀ ਅਤੇ ਨਾਲ ਦੀ ਨਾਲ ਉਹਦਾ ਹੱਲ ਹੋ ਗਿਆ। ਜਦੋਂ ਆਉਂਦੀ ਉਹਦਾ ਇੱਕ ਪ੍ਰੋਸੀਜਰ ਹੈ, ਮਹਿਕਮੇ ਨੂੰ ਮਾਰਕ ਹੋ ਕੇ ਜਾਂਦੀ ਹੈ। ਤੁਸੀਂ ਧੀਰਜ ਰੱਖੋ, ਜੋ ਵੀ ਤੁਸੀਂ ਕੋਈ ਗੱਲ ਕਹੀ ਹੈ ਅਸੀਂ ਜ਼ਰੂਰ ਉਸ 'ਤੇ ਮਹਿਕਮੇ ਨੂੰ ਭੇਜਦੇ ਹਾਂ ਔਰ ਇਸ 'ਤੇ ਇਫੈਕਟ ਹੋਏਗਾ। ਚਿਰਾਗ ਸਿੰਘ ਕਹਿੰਦੇ ਆ ਵੀ ਪੀਕ ਲੁਧਿਆਣੇ ਦੀ ਕਦੋਂ ਐਕਸਪੈਕਟਡ ਹੈ। ਆਪਾਂ ਜਿਹੜਾ ਹੁਣ ਸਤੰਬਰ ਚੱਲ ਰਿਹਾ ਹੈਗਾ, ਬਾਕੀ ਤਾਂ ਇਹ ਸਾਇੰਟਿਸਟ ਜ਼ਿਆਦਾ ਜਾਣਦੇ ਨੇ, ਜਾਂ ਜਦੋਂ ਆਪਾਂ ਅਗਲੇ ਸਾਲ ਇਹਦੀ ਡਿਸਕਸ਼ਨ ਕਰਾਂਗੇ ਚਿਰਾਗ ਜੀ ਆਪਾਂ ਨੂੰ ਉਦੋਂ ਪਤਾ ਲੱਗੂਗਾ। ਬਟ ਹੁਣ ਆਪਾਂ ਅਗਸਤ ਐਂਡ ਤੋਂ ਲੈ ਕੇ ਸੈਪਟੈਂਬਰ ਤੱਕ ਹੁਣ ਆਪਾਂ ਪੀਕ ਦੇ ਵਿੱਚ ਹੀ ਲੰਘ ਰਹੇ ਹਾਂ। ਤੁਸੀਂ ਹਰ ਰੋਜ਼ ਮੌਤਾਂ ਦੀ ਸੰਖਿਆ ਦੇਖ ਲਓ, ਹਰ ਰੋਜ਼ ਪੋਜ਼ੀਟਿਵ ਦੀ ਸੰਖਿਆ ਦੇਖ ਲਿਓ, ਪਰ ਇਹ ਤੁਹਾਡੇ ਸਹਿਯੋਗ ਨਾਲ ਮਾਸਕਾਂ ਪਾਉਣ ਕਰਕੇ ਆਪਾਂ ਇਹ ਸੰਖਿਆ ਇੱਦਾਂ ਨਹੀਂ ਵੱਧ ਰਹੀ। ਇਹ ਲਗਾਤਾਰ ਤੁਸੀਂ ਦੇਖੋਗੇ 250-300 ਪੋਜ਼ੀਟਿਵ ਅਤੇ ਹਰ ਰੋਜ਼ ਉਨੇ ਕੀ ਆ ਰਹੇ ਨੇ। ਜੇ ਆਪਾਂ ਇਹ ਇਹਤਿਆਤ ਨਾ ਲੈਂਦੇ ਤਾਂ ਇਹ ਹਰ ਰੋਜ਼ ਦੇ ਹਜ਼ਾਰਾਂ ਦੀ ਸੰਖਿਆ ਚਲੇ ਜਾਣੀ ਸੀ। ਔਰ ਆਪਣੇ ਹਸਪਤਾਲਾਂ 'ਚ ਵੀ ਜਿਹੜੇ ਬੈੱਡ ਹੈਗੇ ਆ, ਜਿੰਨੇ ਕੁ ਬੰਦੇ ਜਾਂਦੇ ਆ ਉਹਨਾਂ ਦੀ ਐਡਮਿਸ਼ਨ ਹੋ ਰਹੀ ਹੈ, ਉਨੀ ਕੁ ਆਪਾਂ ਦਵਾਈ ਵੀ ਦੇ ਪਾ ਰਹੇ ਹਾਂ, ਉਨੀ ਕੁ ਆਪਾਂ ਆਕਸੀਜਨ ਵੀ ਕਰ ਪਾ ਰਹੇ ਹਾਂ। ਇਹ ਸਿਰਫ ਇਹਤਿਆਤ ਕਰਕੇ ਹੀ ਹੋਇਆ। ਬਟ ਆਪਾਂ ਪੀਕ 'ਚੋਂ ਆਲਰੇਡੀ ਲੰਘ ਰਹੇ ਹਾਂ। ਹੁਣ ਇਹ ਪੀਕ ਮਹੀਨਾ ਚੱਲਦੀ ਹੈ, 2 ਮਹੀਨੇ ਚੱਲਦੀ ਹੈ, ਇਹ ਸਮਾਂ ਹੀ ਦੱਸੇਗਾ। ਗੋਲਡੀ ਭਗਤ ਸਾਹਿਬ ਕਹਿੰਦੇ ਹੈ ਇਹਨਾਂ ਨੇ ਪ੍ਰਸ਼ਾਸਨ ਦੇ ਕੰਮ ਦੀ ਸ਼ਲਾਘਾ ਕੀਤੀ ਹੈ। ਗੋਲਡੀ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਅੱਜ ਦੇ ਜ਼ਮਾਨੇ 'ਚ ਬੜਾ ਮੁਸ਼ਕਿਲ ਹੈ ਕਿ ਕੋਈ ਸ਼ਲਾਘਾ ਕਰੇ। ਸਾਨੂੰ ਸ਼ਲਾਘਾ ਦੀ ਓਡੀ ਨਹੀਂ ਗੱਲ, ਬਟ ਜਿਹੜੇ ਬੰਦੇ ਲਗਾਤਾਰ 6-7 ਮਹੀਨੇ ਤੋਂ ਕੰਮ ਕਰ ਰਹੇ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ, ਔਰ ਇਹ ਬੜਾ ਅਕਾਊ ਉਬਾਊ ਥਕਾਊ ਕੰਮ ਹੈ, ਜਿੱਥੇ ਤੁਹਾਨੂੰ ਆਪਦੀ ਸਿਹਤ ਦਾ ਧਿਆਨ ਰੱਖਣਾ, ਆਪਣੇ ਬੱਚਿਆਂ ਦਾ ਧਿਆਨ ਰੱਖਣਾ। ਇਹਦੇ ਨਾਲ ਕੋਈ ਬੜੀ ਖੁਸ਼ੀ ਨਹੀਂ ਹੁੰਦੀ ਜਦੋਂ ਮੈਂ ਸ਼ਾਮ ਨੂੰ ਰਿਪੋਰਟ ਪੜ੍ਹਦਾ ਵੀ ਇੰਨੇ ਬੰਦੇ ਬਿਮਾਰ ਹੋ ਗਏ, ਇੰਨਿਆਂ ਦੀ ਜਾਨ ਚਲੀ ਗਈ। ਬਟ ਦਿਲ ਨਾ ਸੁੱਟਦੇ ਹੋਏ ਅਗਲੇ ਦਿਨ ਲਈ ਆਕਸੀਜਨ ਦਾ ਪ੍ਰਬੰਧ ਕਰਨਾ, ਬੈੱਡਾਂ ਦਾ ਪ੍ਰਬੰਧ ਕਰਨਾ, ਡਾਕਟਰ ਦੇ ਨਾਲ ਗੱਲ ਕਰਨੀ। ਔਰ ਮੇਰੇ ਤੋਂ ਵੀ ਜ਼ਿਆਦਾ ਮੁਸ਼ਕਿਲ ਕੰਮ ਜਿਹੜਾ ਹੈਗਾ ਪੁਲਿਸ ਦਾ, ਹਰ ਚੌਂਕ ਚੌਰਾਹੇ 'ਤੇ ਖੜ੍ਹੇ ਰਹਿਣਾ। ਸਫਾਈ ਵਾਲਿਆਂ ਦਾ ਉਦੋਂ ਮੁਸ਼ਕਿਲ ਕੰਮ ਹੈ, ਡਾਕਟਰਸ ਦਾ ਉਸ ਤੋਂ ਮੁਸ਼ਕਿਲ ਕੰਮ ਹੈ। PPE ਕਿੱਟ ਪਾ ਕੇ 8-8 ਘੰਟੇ ਡਿਊਟੀ ਕਰਨੀ। ਸੋ ਇਹ ਔਖਾ ਕੰਮ ਹੈਗਾ ਐਂਡ ਅਦਰਸ ਸ਼ੁੱਡ ਅਪਰੀਸ਼ੀਏਟ ਇਟ। ਜੇ ਅਪਰੀਸ਼ੀਏਟ ਨਹੀਂ ਕਰਨਾ ਤਾਂ ਘੱਟੋ ਘੱਟ ਅਫਵਾਹ ਫੈਲਾ ਕੇ ਇਸ 'ਚ ਰੁਕਾਵਟਾਂ ਕਿਰਪਾ ਕਰਕੇ ਨਾ ਪਾਈਆਂ ਜਾਣ। ਜਦੋਂ ਕੋਈ ਕਹਿੰਦਾ ਵੀ ਕਰੋਨਾ ਹੈ ਨਹੀਂ ਅਤੇ ਇੰਨੀ ਦੁਨੀਆ ਕਮਲੀ ਹੈ ਜਿਹੜੀ PPE ਕਿੱਟਾਂ ਪਾ ਕੇ ਇੰਨੀ ਗਰਮੀ 'ਚ ਔਰ ਇੰਨੀ ਉਹ 'ਚ ਫਿਰ ਰਹੀ ਹੈ, ਰੋਜ਼ ਇੰਨੀਆਂ ਜਿਹੜੀਆਂ ਮੌਤਾਂ ਹੋ ਰਹੀਆਂ, ਇਸ ਤੋਂ ਵੱਡਾ ਹੋਰ ਕੀ ਸਬੂਤ ਆਪਾਂ ਨੂੰ ਚਾਹੀਦਾ ਹੈਗਾ। ਅਜੇ ਚਿਨੋਏ ਜੀ, ਫੋਗਿੰਗ ਹੁੰਦੀ, ਸਾਰੇ ਬਾਰਿਸ਼ਾਂ ਨਿਕਲ ਗਈਆਂ, ਚਾਰੇ ਪਾਸੇ ਮੱਛਰ ਬਹੁਤ ਨੇ। ਇਹਨਾਂ ਦਾ ਕਹਿਣਾ ਹੈ ਜੀ ਮੱਛਰ ਬਹੁਤ ਨੇ ਚਾਰੇ ਪਾਸੇ। ਇਹ ਜੀ ਅਸੀਂ ਆਲਰੇਡੀ ਟੇਕਅਪ ਕੀਤਾ ਹੋਇਆ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨਾਲ, ਔਰ ਉਹ ਜਿੰਨੇ ਉਹਨਾਂ ਕੋਲ ਰਿਸੋਰਸਿਸ ਹੈਗੇ ਨੇ ਉਹਦੇ ਹਿਸਾਬ ਨਾਲ ਇਹਦਾ ਛਿੜਕਾਅ ਕਰ ਰਹੇ ਹੈਗੇ ਨੇ। ਬਹੁਤ ਸਰਕਾਰੀ ਜੋਬ ਵਾਲੇ ਨੇ ਜੋ ਘਰ ਬੈਠੇ ਨੇ, ਉਹਨਾਂ ਨੂੰ ਘਰ ਘਰ ਭੇਜਿਆ ਜਾਵੇ, ਜਿਸ ਨਾਲ ਹਰ ਘਰ ਵਿੱਚ ਕੋਈ ਬਿਮਾਰੀ ਹੈ ਤਾਂ ਪਤਾ ਲੱਗੇਗਾ, ਜਾਗਰੂਕ ਕੀਤਾ ਜਾ ਸਕਦਾ ਹੈ। ਟੈਸਟ ਦੁਕਾਨਾਂ 'ਤੇ ਕੀਤਾ ਜਾਵੇ, ਸਰਪੰਚਾਂ ਦੀ ਡਿਊਟੀ ਲਾ ਕੇ ਬੈੱਡ ਲਾਏ ਜਾ ਸਕਦੇ ਹਨ, ਪਿੰਡਾਂ 'ਚ ਰੱਖਿਆ ਜਾਵੇ, ਪਿੰਡਾਂ ਦੇ ਲੋਕਾਂ 'ਚੋਂ ਮਨ 'ਚੋਂ ਡਰ ਨਿਕਲੇਗਾ। ਦੇਖੋ ਗੱਲ ਇਹ ਹੈ ਢਿੱਲੋਂ ਸਾਹਿਬ, ਰਕੇਸ਼ ਗੋਇਲ ਜੀ, ਇਕੱਲਾ ਕਿਸੇ ਨੂੰ ਕਿਤੇ ਕਮਰੇ 'ਚ ਰੱਖਣ ਦਾ ਮਤਲਬ ਨਹੀਂ ਹੈ। ਜਦੋਂ ਕੋਈ ਬੰਦਾ ਬਿਮਾਰ ਹੋ ਜਾਂਦਾ, ਹੁਣ ਤਾਂ ਅਸੀਂ ਕਹਿੰਦੇ ਹਾਂ ਵੀ ਉਹ ਆਪਦੇ ਘਰੇ ਰਹੇ, ਪਿੰਡ ਦੇ ਪੰਚਾਇਤ ਘਰ 'ਚ ਕਿਉਂ, ਪਰ ਜਦੋਂ ਬੰਦੇ ਨੂੰ ਡਾਕਟਰ ਦੀ ਜਾਂ ਆਕਸੀਜਨ ਦੀ ਜਾਂ ਦਵਾਈ ਦੀ ਲੋੜ ਹੈ, ਇਹ ਬਿਲਡਿੰਗਾਂ ਦੀ ਗੱਲ ਨਹੀਂ, ਬਿਲਡਿੰਗਾਂ ਸਾਡੇ ਕੋਲ ਹਰ ਪਿੰਡ 'ਚ ਸਕੂਲ ਪਏ ਹੈਗੇ ਆ। ਕੋਈ ਬੰਦਿਆਂ ਨੂੰ ਉੱਥੇ ਤਾੜ ਕੇ ਉਹਨਾਂ ਨੇ ਠੀਕ ਨਹੀਂ ਹੋ ਜਾਣਾ ਹੈਗਾ। ਬੰਦਾ ਜਦ ਤੱਕ ਠੀਕ ਹੈ ਉਹ ਆਪਦੇ ਘਰੇ ਰਹੇ, ਪਰ ਜਦੋਂ ਉਹਨੂੰ ਮੈਡੀਕਲ ਦੀ ਲੋੜ ਹੈਗੀ ਹੈ, ਉਹ ਮੈਡੀਕਲ ਦਾ ਕੰਮ ਮੈਡੀਕਲ ਵਾਲੇ ਡਾਕਟਰ ਹੀ ਕਰ ਸਕਦੇ ਨੇ। ਰਾਤੋਂ ਰਾਤ ਹਸਪਤਾਲ ਦੀ ਬਿਲਡਿੰਗ ਖੜੀ ਕਰੀ ਜਾ ਸਕਦੀ ਹੈ, ਰਾਤੋਂ ਰਾਤ ਬੈੱਡ ਵੀ ਖਰੀਦੇ ਜਾ ਸਕਦੇ ਹੈ, ਪਰ ਰਾਤੇ ਰਾਤ ਡਾਕਟਰਾਂ ਨੂੰ ਟ੍ਰੇਨ ਨਹੀਂ ਕੀਤਾ ਜਾ ਸਕਦਾ। ਸੋ ਇਸ ਕਰਕੇ ਡਾਕਟਰ, ਨਰਸਿਸ, ਪੈਰਾਮੈਡਿਕ ਸਟਾਫ, ਟੈਸਟ ਕਰਨ ਵਾਲੇ ਇਹ ਵੱਡੇ ਹਸਪਤਾਲਾਂ 'ਚ ਹੀ ਅਵੇਲੇਬਲ ਨੇ। ਸੋ ਇਸ ਕਰਕੇ ਜਦੋਂ ਕਿਸੇ ਦੀ ਹਾਲਤ ਵਿਗੜਦੀ ਹੈ ਉਹ ਨੇੜੇ ਦੇ ਸਰਕਾਰੀ ਹਸਪਤਾਲ 'ਚ ਫ੍ਰੀ ਇਲਾਜ ਲਈ
और नेड़े दे प्राइवेट हस्पताल 'ਚ जे वो ठीक समझे तो जा सकता हैगा। पर एक गल, क्योंकि बहुत सारे लोग ये सवाल आया भी पीक है नहीं है, मैं आप हर गल निगेटिव ही करते रहने हैं, मैं तुहानूं पॉजिटिव भी दस दिना। लुधियाना दे विच जिस वेले ये बहुत ज़्यादा अपने अज तो लगभग महीना पहला या 20 दिन पहला तुसीं कह लो, साडे जिहड़े सरकारी हस्पताल ने उन्हां 'च मरीज़ां की संख्या 350 तो 400 सीगी। अज की डेट 'च ये संख्या घट के 134 रहेगी। सिविल हस्पताल 'च 70 बंदे ने जिथे कि 150 की कैपेसिटी है। जगराओं दे विच 50 की कैपेसिटी है, सिर्फ एक जना दाखिल है। वर्धमान दे विच 6 बंदे दाखिल ने, 100 की कैपेसिटी है। कूम कलां 'च 30 बैडां की कैपेसिटी, एक भी बंदा दाखिल नहीं। मैरीटोरीअस स्कूल दे विच साडे कोल 500 बंदियां की कैपेसिटी है, सिर्फ 35 बंदे दाखिल ने। कुलार कॉलेज दे विच 100 बंदियां की कैपेसिटी है, 22 बंदे दाखिल ने। ये शुभ सगन है, साडे मरीज़ घट रहे हैगे ने। पर हुण जिहड़े बाकी भी बीमार हो रहे हैं, किरपा करके आपां इहनूं अगे तां ही कायम रखांगे, टेस्ट कराओ। इस तरह ही साडे जिहड़े 30 प्राइवेट हस्पतालों की मेरे को लिस्ट हैगी है। इन्हां 'च लुधियाना जिले दे एक टाइम ते 700 मरीज़ दाखिल सीगे। अज इन्हां दी लुधियाना जिले के मरीज़ों की संख्या घट के 398 रह गई। ये भी एक शुभ संकेत हैगा कि साडे जिले दे विच जिहड़े मरीज़ ने उन्हां दी संख्या घट रही हैगी है। बट इहदा ये मतलब नहीं कि करोना खत्म हो गया। नालों नाल मैं तुहानूं दस देवां कि दूजे जिलिਆਂ ਦੇ ਸਾਡੇ ਕੋਲ ਜਿਹੜੇ 75-80 ਮਰੀਜ਼ ਕਿਸੇ ਵੇਲੇ ਹੁੰਦੇ ਸੀ ਮਹੀਨਾ ਪਹਿਲਾਂ, ਅੱਜ ਉਹ ਦੂਜੇ ਜ਼ਿਲ੍ਹਿਆਂ ਤੋਂ ਜਿਹੜੇ ਇੱਥੋਂ ਦੇ ਪ੍ਰਾਈਵੇਟ ਹਸਪਤਾਲਾਂ 'ਚ ਦਾਖਲ ਮਰੀਜ਼ ਨੇ ਉਹਨਾਂ ਦੀ ਸੰਖਿਆ ਵੱਧ ਕੇ 233 ਹੋ ਗਈ। ਅਸੀਂ ਉਹਨਾਂ ਦਾ ਵੀ ਸਵਾਗਤ ਕਰ ਰਹੇ ਹਾਂ। ਅਸੀਂ ਉਹਨਾਂ ਨੂੰ ਵੀ ਜੋ ਅਸੀਂ ਆਪਣੇ ਵੱਲੋਂ ਸੇਵਾ ਕਰ ਸਕਦੇ ਆ, ਸਾਡੇ ਡਾਕਟਰ ਸਾਹਿਬਾਨ, ਕਿਸੇ ਜ਼ਿਲ੍ਹੇ ਨੂੰ ਮਨਾ ਨਹੀਂ ਕੀਤਾ ਗਿਆ ਔਰ ਪੂਰੀ ਸਪੋਰਟ। ਕੱਲਾ ਦੂਜੇ ਜ਼ਿਲ੍ਹੇ ਨਹੀਂ, ਹਿਮਾਚਲ, ਜੰਮੂ ਕਸ਼ਮੀਰ ਤੱਕ ਦੇ ਜਿਹੜੇ ਪੇਸ਼ੈਂਟ ਨੇ ਉਹ ਸਾਡੇ ਪ੍ਰਾਈਵੇਟ ਹਸਪਤਾਲਾਂ 'ਚ ਆ ਰਹੇ ਆ। और लुधियाना के हस्पताल पूरी तरह इस गल तैयार ने कि वो दूजे जिलों का भी उन्ना ही ध्यान रखणगे जिन्ना कि लुधियाने का रखा गया। पर मेरे प्यारे लुधियाना वासियों, आपका ध्यान तुसी खुद रखना। कई बंदे मैरिज पार्टियां गए, मेरे ध्यान च है 50 बंदे ब्याह च गए, 50 के 50 49 नहीं 50 के 50 बीमार हो गए। आप गैर जरूरी फंक्शनां च पार्टियां च इन्हां तो अवॉइड करिए, गुरेज करिए। अपनी जान बड़ी कीमती है। ये साल छमाही की गल है, जदों ये लंघ गया टाइम, जिहड़े बंदे जिउंदे रह गए वो इंजॉय करनगे। सो इस करके आपां सियाणे बणीए। अपने लुधियाने च स्थिति कंट्रोल हेठ है। साडे कोल बैड भी पूरे ने, मरीज़ां की संख्या भी घट रही है और असी एक किते ना किते तुहाडे सहयोग नाल ये जिहड़े पॉजिटिव मरीज़ां की संख्या डेली जिहड़ी आउंदी सी उहनूं रोकण च कामयाब होए हैं। पर जिहड़ियां मौतां ने वो लगातार ਉਹੀ 10-15 ਦੇ ਨੇੜੇ ਤੇੜੇ ਖੜੀਆਂ ਨੇ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਹ ਤੁਹਾਡੇ ਜਲਦੀ ਆਉਣ ਨਾਲ ਹੀ ਇਹ ਘਟਣਗੀਆਂ। ਮੇਰੀ ਅੱਜ ਤੋਂ ਤੁਹਾਨੂੰ ਦੁਬਾਰਾ ਤੋਂ ਇਹ ਬੇਨਤੀ ਹੈ ਕਿ ਜਦੋਂ ਵੀ ਤੁਹਾਨੂੰ ਸਿੰਪਟਮ ਆਉਂਦੇ ਨੇ, ਜਿਹੜਾ ਡਾਕਟਰ ਤੁਹਾਨੂੰ ਠੀਕ ਲੱਗਦਾ ਹੈ, ਸਰਕਾਰੀ ਪ੍ਰਾਈਵੇਟ, ਉੱਥੇ ਜਾਓ, ਆਪਦਾ ਇਲਾਜ ਕਰਾਓ। ਇਲਾਜ ਇਹਦਾ ਸੰਭਵ ਹੈ। ਇਸ ਅਫਵਾਹ 'ਚ ਨਾ ਆਓ ਵੀ ਵੈਕਸੀਨ ਨਹੀਂ ਹੈਗੀ ਤਾਂ ਇਲਾਜ ਨਹੀਂ। ਇਲਾਜ ਤੇ ਵੈਕਸੀਨ ਦੋ ਅਲੱਗ-ਅਲੱਗ ਗੱਲਾਂ ਨੇ। ਵੈਕਸੀਨ ਅਗਾਊਂ ਪ੍ਰਬੰਧ ਨਹੀਂ ਹੈਗੇ। ਅਗਾਊਂ ਪ੍ਰਬੰਧ ਇਹਦਾ ਇਹੀ ਹੈ ਜਿਹੜਾ ਮੈਂ ਮੂੰਹ 'ਤੇ ਬੰਨਿਆ। हथ धोना यदा प्रबंध हैगा, फंक्शनां ते ना जाना यदा प्रबंध है, आपसी दूरी रखना यदा प्रबंध है। पर जदों बीमारी हो जाए फिर ये इलाज बहुत ने। इस भ्रम च ना आओ भी यदा इलाज नहीं। हस्पताल च जाओ और आपका इलाज कराओ। परमात्मा तुहानूं सुखी रखे, तंदुरुस्त रखे और सदबुद्धि भी देवे ताकि तुसीं किसी अफवाह च ना आके आपदा ते आपदे परिवार का ध्यान रखो। धन्नवाद।